ਅਮਰੀਕ ਸਿੰਘ ਸ਼ੇਰ ਖਾਨ ਦੀ ਪੁਸਤਕ ਸ਼ੀਸ਼ਾ ਅੱਗ ਤੇ ਸਤਾਰ ਦੀ ਕਹਾਣੀ ਹੈ। ਚਿੱਕੜ ਦਾ ਕਮਲ। ਕਾਫੀ ਸਮਾਂ ਪਹਿਲਾਂ ਦੀ ਗੱਲ ਹੈ। ਉਦੋਂ ਮੇਰੀ ਪੋਸਟਿੰਗ ਪੰਜਾਬ ਤੇ ਹਰਿਆਣੇ ਦੀ ਹੱਦ ਤੇ ਵਸੇ ਛੋਟੇ ਜਿਹੇ ਕਸਬੇ ਮੰਡੀ ਡੱਬਵਾਲੀ ਵਿੱਚ ਸੀ। ਮੈਂ ਇੱਕ ਦਿਨ ਡੱਬਵਾਲੀ ਤੋਂ ਫਿਰੋਜ਼ਪੁਰ ਨੂੰ ਰੇਲ ਰਾਹੀਂ ਸਫ਼ਰ ਕਰ ਰਿਹਾ ਸੀ, ਆਪਣੇ 2 ਖਿਡਾਰੀ ਵਿਦਿਆਰਥੀਆਂ ਨਾਲ। ਅੰਮ੍ਰਿਤਸਰ ਹਾਕੀ ਦਾ ਮੈਚ ਸੀ। ਪੰਜਾਬ ਭਰ ਤੋਂ ਸਕੂਲਾਂ ਦੀਆਂ ਟੀਮਾਂ ਪਹੁੰਚ ਰਹੀਆਂ ਸਨ। ਮੈਂ ਆਪਣੀ ਸੀਟ ਤੇ ਬੈਠਾ ਵਿਦਿਆਰਥੀਆਂ ਨੂੰ ਖੇਡ ਦੇ ਕੁਝ ਗੁਰ ਦੱਸ ਰਿਹਾ ਸੀ। ਅਚਾਨਕ ਇੱਕ ਮੰਗਤੇ ਨੇ ਸਾਡੀ ਇਕਾਗਰਤਾ ਭੰਗ ਕਰ ਦਿੱਤੀ। ਸਰਦਾਰ ਜੀ 1 ਰੁਪਈਆ। ਮੈਂ ਗਾਂਹ ਜਾਣ ਲਈ ਇਸ਼ਾਰਾ ਕੀਤਾ, ਪਰ ਉਹ ਤਾਂ ਅੜ ਕੇ ਖੜੋ ਗਿਆ, ਜਿਵੇਂ ਕਿਸੇ ਨੇ ਬਾਹਰੋਂ ਲਿਆ ਕੇ ਕੋਈ ਬੁੱਤ ਟਿਕਾ ਦਿੱਤਾ ਹੋਵੇ। ਉਹਦਾ ਹੱਥ ਸਿੱਧਾ ਮੇਰੇ ਵੱਲ ਸੀ। ਪੂਰੀ ਅਡੋਲ ਅਵਸਥਾ 'ਚ ਟਿਕਿਆ ਬੁੱਤ ਹੀ ਜਾਪਦਾ ਸੀ ਉਹ। ਮੈਨੂੰ ਸ਼ੁਰੂ ਤੋਂ ਹੀ ਮੰਗਤਿਆਂ ਨੂੰ ਪੈਸੇ ਦੇਣ ਤੋਂ ਚਿੜ ਹੈ। ਖੁਦ ਤਾਂ ਕੀ, ਕੋਈ ਹੋਰ ਵੀ ਮੰਗਤੇ ਨੂੰ ਪੈਸਾ ਦੇਵੇ, ਮੈਨੂੰ ਬੜੀ ਖਿੱਚ ਚੜ੍ਹਦੀ ਹੈ ਉਸ ਦਾਨੀ ਵਿਅਕਤੀ ਤੇ। ਮੇਰੀ ਜਾਚੇ ਸਾਡੇ ਦੇਸ਼ ਦੀ ਬੜੀ ਵੱਡੀ ਬਦਕਿਸਮਤੀ ਹੈ ਕਿ ਦੇਸ਼ ਦੀ ਅੱਧੀ ਜਨਤਾ ਮੰਗ ਤੰਗ ਕੇ ਬਿਨਾਂ ਡੱਕਾ ਤੋੜੇ ਆਪਣਾ ਤੋਰੀ ਫੁਲਕਾ ਚਲਾਈ ਫਿਰਦੀ ਹੈ। ਖੈਰ, ਜਦ ਕੁਝ ਦੇਰ ਮੰਗਤਾ ਗਾਂਹ ਨਾ ਹਿਲਿਆ ਤਾਂ ਮੈਂ ਥੋੜ੍ਹੀ ਜਿਹੀ ਕੁਰਖਤ ਆਵਾਜ਼ 'ਚ ਕਿਹਾ, ਭਲਿਆ ਮਾਨਸਾ, ਕਿਤੇ ਗਾਂਹ ਜਾ ਕੇ ਮੰਗ ਲੈ, ਕਾਹਨੂੰ ਸਮਾਂ ਬਰਬਾਦ ਕਰਦਾ। ਮੇਰੇ ਵਿਦਿਆਰਥੀ ਮਿੰਨਾ ਜਿਹਾ ਮੁਸਕਰਾਏ, ਸ਼ਾਇਦ ਮੇਰੀ ਕੰਜੂਸੀ ਦੇ। ਮੰਗਤਾ ਗਾਂਹ ਤੁਰ ਗਿਆ। ਮੈਂ ਸੁੱਖ ਦਾ ਸਾਹ ਲਿਆ, ਅਟੈਚੀ 'ਚੋਂ ਅਖਬਾਰ ਕੱਢਿਆ ਤੇ ਪੜ੍ਹਨ 'ਚ ਮਸਰੂਫ ਹੋ ਗਿਆ। ਹਾਲੇ 1-2 ਸੁਰਖੀਆਂ ਤੋਂ ਸਰਸਰੀ ਨਿਗਾਹ ਹੀ ਲੰਘਾਈ ਸੀ, ਉਹੀ ਮੰਗਤਾ ਫਿਰ ਪਹਿਲਾਂ ਦੀ ਤਰ੍ਹਾਂ ਬੁੱਤ ਬਣਿਆ ਸਾਹਮਣੇ ਆ ਪ੍ਰਗਟ ਹੋਇਆ। ਮੈਂ ਆਪਣਾ ਧਿਆਨ ਉਸ ਵੱਲੋਂ ਮੋੜ ਕੇ ਅਖਬਾਰ ਵੱਲ ਲਾ ਲਿਆ। ਉਹ ਮੇਰਾ ਧਿਆਨ ਆਪਣੇ ਵੱਲੋਂ ਹਟਿਆ ਵੇਖ ਕੇ ਮੇਰੇ ਸਾਹਮਣੇ ਵਾਲੀ ਸੀਟ ਤੇ ਆ ਬੈਠਾ। ਮੈਨੂੰ ਹੁਣ ਪਹਿਲਾਂ ਨਾਲੋਂ ਵੀ ਕਿਤੇ ਜ਼ਿਆਦਾ ਖਿੱਚ ਚੜ੍ਹ ਰਹੀ ਸੀ। ਉਹਦੇ ਚਟਾਵਾਂ ਵਰਗੇ ਖੁੱਲ੍ਹੇ ਵਾਲ, ਪਿੰਡੋਂ ਨੰਗਾ ਤੇੜ ਲਪੇਟਿਆ ਹੋਇਆ ਮੈਲ ਦਾ ਮਾਰਿਆ ਕੰਬਲ, ਉਹਦੇ ਕੋਲੋਂ ਆਉਂਦੀ ਪੜਾਸੀ ਜੀ ਦੁਰਗੰਧ ਨੇ ਤਾਂ ਜਿਵੇਂ ਮੇਰਾ ਨੱਕ ਹੀ ਸਾੜ ਦਿੱਤਾ ਹੋਵੇ। ਮੈਂ ਸੀਟ ਬਦਲਣ ਲਈ ਉੱਠਣ ਹੀ ਲੱਗਾ ਸੀ ਕਿ ਮੇਰੇ ਮੋਬਾਈਲ ਦੀ ਘੰਟੀ ਖੜਕ ਗਈ। ਮੈਂ ਫਿਰ ਥਾਂ ਹੀ ਬੈਠ ਗਿਆ। ਕਿਸੇ ਜਾਣਕਾਰ ਸੱਜਣ ਦਾ ਫੋਨ ਸੀ। ਉਹ ਅੰਮ੍ਰਿਤਸਰ ਮੇਰਾ ਇੰਤਜ਼ਾਰ ਕਰ ਰਿਹਾ ਸੀ। ਮੈਂ ਉਹਨੂੰ ਮਿਲਣ ਦਾ ਵਾਅਦਾ ਕਰਕੇ ਮੋਬਾਈਲ ਬੰਦ ਕਰ ਦਿੱਤਾ। ਸਰਦਾਰ ਜੀ, ਰੁਪਈਆ ਤਾਂ ਨਹੀਂ ਦਿੱਤਾ, ਇੱਕ ਫੋਨ ਹੀ ਕਰਵਾ ਦਿਓ। ਮੇਰਾ ਹਾਸਾ ਨਿਕਲ ਗਿਆ। ਮੇਰੇ ਵਿਦਿਆਰਥੀ ਵੀ ਖਿੜਖੜਾ ਕੇ ਹੱਸ ਪਏ। ਮੈਂ ਕਿਹਾ, ਤੂੰ ਫੋਨ ਕਿੱਥੇ ਸੌਰੀ ਲਾਉਣਾ? ਨਹੀਂ ਜਨਾਬ, ਸੌਰੀ ਨਹੀਂ, ਪੇਕੀ ਲਾਉਣਾ। ਸਾਰੇ ਡੱਬੇ 'ਚ ਹਾਸੜ ਪੈ ਗਈ। ਮੈਂ ਵੀ ਮੋਬਾਈਲ ਜੇਬ 'ਚੋਂ ਬਾਹਰ ਕੱਢ ਲਿਆ। ਸੋਚਿਆ ਝੱਟ ਟਾਈਮ ਪਾਸ ਹੋ ਜੂ। ਲੈ ਮਿੱਤਰਾ, ਨੰਬਰ ਬੋਲ, ਤੂੰ ਕਿਹੜਾ ਰੋਜ਼-ਰੋਜ਼ ਕਹਿਣਾ। ਉਹਨੇ ਨੰਬਰ ਬੋਲਿਆ। ਨੰਬਰ ਸੁਣ ਕੇ ਮੈਂ ਹੈਰਾਨ ਰਹਿ ਗਿਆ। ਜਿਹੜਾ ਕੋਡ ਉਹ ਦੱਸ ਰਿਹਾ ਸੀ ਉਹ ਤਾਂ ਮੇਰੇ ਜੱਦੀ ਸ਼ਹਿਰ ਫਿਰੋਜ਼ਪੁਰ ਦਾ ਸੀ। ਮੈਂ ਕਿਹਾ, ਇਹ ਤਾਂ ਫਿਰੋਜ਼ਪੁਰ ਦਾ ਨੰਬਰ ਹੈ। ਹਾਂਜੀ, ਫਿਰੋਜ਼ਪੁਰ ਹੀ ਤਾਂ ਫੋਨ ਕਰਨਾ ਹੈ। ਮੇਰੀ ਉਤਸੁਕਤਾ ਹੋਰ ਵੱਧ ਗਈ। ਮੈਂ ਉਹਦੇ ਦੱਸੇ ਨੰਬਰ 'ਤੇ ਫੋਨ ਲਾਇਆ। ਰਿੰਗ ਟਰਨ ਕਰਕੇ ਵੱਜਣ ਲੱਗੀ। ਮੈਂ ਤਰਬਕ ਕੇ ਫੋਨ ਕੱਟ ਦਿੱਤਾ। ਮਤਾਂ ਕਿਤੇ ਅੱਗੋਂ ਝੂਠ ਸੱਚ ਬੋਲ ਕੇ ਦਾਖੂ ਦਾਣਾ ਦਵਾਉਂਦਾ ਹੋਵੇ। ਹੁਣ ਉਹਦਾ ਮੂੰਹ ਮੇਰੇ ਹੋਰ ਨੇੜੇ ਹੋ ਗਿਆ। ਕੀ ਗੱਲ ਸਰਦਾਰ ਜੀ, ਮਿਲਿਆ ਨਹੀਂ? ਜਿਉਂ ਹੀ ਉਹਦੇ ਮੂੰਹ ਇਹ ਫਿਕਰਾ ਨਿਕਲਿਆ, ਮੇਰੇ ਮੂੰਹ ਨੂੰ ਉਹਦੇ ਮੂੰਹ 'ਚੋਂ ਨਿਕਲੇ ਸ਼ਬਦਾਂ ਦੇ ਨਾਲ ਸ਼ਰਾਬ ਦੀ ਹਵਾੜ ਇਉਂ ਚੜ੍ਹੀ ਜਿਵੇਂ ਮੇਰਾ ਸਿਰ ਹੀ ਚਕਰਾ ਗਿਆ ਹੋਵੇ। ਹੁਣ ਮੈਨੂੰ ਯਕੀਨ ਹੋ ਗਿਆ ਕਿ ਵੈਲੀ ਜਿਹਾ ਮੰਗਤਾ ਸ਼ਰਾਬ ਦੇ ਨਸ਼ੇ 'ਚ ਮੈਨੂੰ ਬੁੱਧੂ ਬਣਾਉਣ ਦੀ ਕੋਸ਼ਿਸ਼ ਕਰ ਰਿਹਾ। ਮੈਂ ਜ਼ਰਾ ਖਰਵੀ ਆਵਾਜ਼ 'ਚ ਕਿਹਾ, ਬੇਵਕੂਫਾ, ਸ਼ਰਾਬ ਕਿੱਥੋਂ ਪੀਤੀ ਹੋ? ਬਾਈ ਜੀ, ਆਪਣੀ ਕਿਹੜਾ ਠੇਕੇਦਾਰ ਨਾਲ ਕੰਡ ਲੱਗਦੀ ਹੈ। ਆ ਪਿਛਲੇ ਸਟੇਸ਼ਨ 'ਤੇ ਕੋਈ ਜੱਟ ਹਾੜਾ ਚੜ੍ਹਾਈ ਜਾਂਦਾ ਸੀ। ਆਪਾਂ ਕਿਹਾ ਵੀ ਸਾਧਾਂ ਨੂੰ ਵੀ ਛਿੱਟ ਲਵਾ ਦੇ, ਬਈ ਉਹਨੇ ਮਿਹਰਬਾਨੀ ਕਰਤੀ। ਬਸ ਫਕੀਰਾਂ ਨੇ ਵੀ ਸੁਰਗ ਦਾ ਝੂਟਾ ਲੈ ਲਿਆ। ਅੱਛਾ, ਤੇ ਤੂੰ ਫਿਰ ਸ਼ਾਹੀ ਮੰਗਤਾ ਹੈ? ਸ਼ਾਹੀ ਮੰਗਤਾ, ਬਸ ਕੁਝ ਕਹਿ ਲੈ ਬਾਈ ਸਿਆਂ, ਕੁਝ ਕਹਿ ਲੈ। ਮੈਨੂੰ ਉਹਦੀਆਂ ਗੱਲਾਂ ਦਿਲਚਸਪ ਲੱਗੀਆਂ। ਮੈਂ ਗੱਲਬਾਤ ਦਾ ਸਿਲਸਿਲਾ ਅੱਗੇ ਤੋਰਨ ਦੀ ਕੋਸ਼ਿਸ਼ ਕੀਤੀ। ਹਾਂ ਬਈ ਫਕੀਰ ਸਿਆਂ, ਸੱਚੋ ਸੱਚ ਦੱਸ, ਫਿਰੋਜ਼ਪੁਰ ਕਿਹਨੂੰ ਫੋਨ ਕਰਨਾ ਹੈ? ਬਾਈ ਮਾਂ ਦੀ ਸਹੁੰ, ਫਿਰੋਜ਼ਪੁਰ ਮੇਰਾ ਘਰ ਹੀ। ਕਿਹੜੀ ਕਲੋਨੀ 'ਚ? ਮੈਂ ਵੀ ਫਿਰੋਜ਼ਪੁਰ ਦਾ ਹੀ ਹਾਂ। ਅੱਛਾ, ਫਿਰ ਤਾਂ ਬਣ ਗਈ ਗੱਲ। ਆਪਾਂ ਤਾਂ ਨਿਕਲੇ ਭਰਾ। ਉਹਨੇ ਜਿਵੇਂ ਮੈਨੂੰ ਗਲਵੱਕੜੀ 'ਚ ਲੈਣ ਦੀ ਕੋਸ਼ਿਸ਼ ਕੀਤੀ, ਪਰ ਫਿਰ ਇੱਕਦਮ ਰੁਕ ਗਿਆ। ਉਹ ਨੱਚ ਦੂਰਾ ਤੀਰਾ ਹੋ ਰਿਹਾ ਸੀ। ਸਾਰੀਆਂ ਸਵਾਰੀਆਂ ਦਾ ਧਿਆਨ ਉਹਨੇ ਆਪਣੇ ਵੱਲ ਖਿੱਚ ਰੱਖਿਆ ਸੀ। ਮੈਂ ਪੱਕ ਕਰਨ ਵਾਸਤੇ ਦੁਬਾਰਾ ਸਵਾਲ ਕੀਤਾ, ਉਹ ਭਲਿਆ ਮਾਨਸਾ, ਕਲੋਨੀ ਜਾਂ ਬਸਤੀ ਦਾ ਨਾਂ ਤਾਂ ਹੁਣ ਬਕਦੇ ਕਿ ਨੱਚੀ ਜਾਣਾ? ਮੈਂ ਥੋੜ੍ਹੇ ਜਿਹੇ ਹੋਰ ਕੁਰਖਤ ਹੁੰਦਿਆਂ ਕਿਹਾ, ਬਾਈ ਸ਼ੇਰੇ ਵਾਲਾ ਪਿੰਡ ਏ ਮੇਰਾ, ਫਿਰੋਜ਼ਪੁਰ ਦੇ ਨਾਲ ਹੀ ਸੀ। ਅੱਛਾ, ਸ਼ੇਰੇ ਵਾਲੇ ਤਾਂ ਮੈਂ ਕਈ ਸਾਲ ਪੜ੍ਹਾਉਂਦਾ ਰਿਹਾ ਸੀ ਇੱਕ ਪ੍ਰਾਈਵੇਟ ਸਕੂਲ 'ਚ। ਹਾਂਜੀ ਹਾਂ, ਵੱਡੇ ਸਕੂਲ 'ਚ, ਉਹ ਅੱਬੜਵਾਏ ਬੋਲਿਆ। ਅੱਛਾ, ਫਿਰ ਤਾਂ ਤੂੰ ਗਿਆਨੀ ਗੁਰਮੁਖ ਸਿੰਘ ਨੂੰ ਵੀ ਜਾਣਦਾ ਹੋਵੇਂਗਾ, ਜਿਹੜੇ ਉਹਦੇ ਕਰਤਾ ਧਰਤਾ ਨੇ। ਗੁਰਮੁਖ ਸਿੰਘ ਦਾ ਨਾਂ ਸੁਣਦਿਆਂ ਹੀ ਜਿਵੇਂ ਉਹਦੀ ਖੁਸ਼ੀ ਬੇਤਹਾਸ਼ਾ ਰੋਣ 'ਚ ਤਬਦੀਲ ਹੋ ਗਈ। ਉਹਦੀਆਂ ਭੁੱਬਾਂ ਦੀ ਆਵਾਜ਼ ਸਾਰੇ ਡੱਬੇ 'ਚ ਦੂਰ ਦੂਰ ਤੱਕ ਜਾਣ ਲੱਗੀ।
ਮੇਰੇ ਵਿਦਿਆਰਥੀ ਵੀ ਭਚੱਕੇ ਜੇ ਉਹਦੇ ਚਿਹਰੇ ਵੱਲ ਵੇਖ ਰਹੇ ਸਨ। ਹੰਝੂ ਪਰਲ ਪਰਲ ਉਹਦੇ ਨੰਗ ਧੜੰਗੇ ਪਿੰਡੇ ਤੇ ਗਲ ਤੋਂ ਹੁੰਦੇ ਹੋਏ ਘਰਾਲਾਂ ਬਣ ਵਹਿ ਤੁਰੇ। ਅਚਾਨਕ ਮੇਰਾ ਹੱਥ ਉਹਦੇ ਸਿਰ ਤੇ ਪਹੁੰਚ ਗਿਆ। ਫਿਰ ਉਹਦਾ ਸਿਰ ਮੇਰੀ ਛਾਤੀ ਨਾਲ ਲੱਗ ਗਿਆ। ਉੱਚੀ ਡਡਿਆਉਣ ਦੀ ਆਵਾਜ਼ ਹੌਕਿਆਂ 'ਚ ਤਬਦੀਲ ਹੋ ਗਈ। ਅਚਾਨਕ ਉਤਰਬ ਕੇ ਮੈਥੋਂ ਅਲੱਗ ਹੋ ਗਿਆ। ਹੁਣ ਇੱਕ ਵਾਰ ਫਿਰ ਉਹਦੀਆਂ ਅੱਖਾਂ 'ਚ ਚਮਕ ਸੀ। ਸਰਦਾਰ ਜੀ, ਸਰਦਾਰ ਗੁਰਮੁਖ ਸਿੰਘ ਹਾਲੇ ਵੀ ਛਿੰਝ ਪਵਾਉਂਦੇ ਨੇ। ਮੈਂ ਕਿਹਾ, ਹੁਣ ਤਾਂ ਬੜੀ ਵੱਡੀ ਪੱਧਰ 'ਤੇ ਅਖਾੜੇ ਜੁੜਦੇ ਨੇ, ਬੈਲ ਗੱਡੀਆਂ ਦੀਆਂ ਦੌੜਾਂ ਵੀ ਤੇ ਹੋਰ ਵੀ ਕਈ ਕਿਸਮ ਦੇ ਜੌਹਰ ਗੱਭਰੂ ਵਿਖਾਉਂਦੇ ਨੇ। ਵਾਹ ਸਰਦਾਰ ਜੀ, ਸਾਡੀ ਤਾਂ ਕਿਸਮਤ ਹੀ ਮਾੜੀ ਹੋ ਗਈ। ਇਸੇ ਟੂਰਨਾਮੈਂਟ 'ਚ ਕਦੇ ਸਾਡੀ ਵੀ ਝੰਡੀ ਹੁੰਦੀ ਸੀ। ਅੱਛਾ, ਤੇ ਤੂੰ ਖਿਡਾਰੀ ਵੀ ਰਿਹਾ? ਮੈਂ ਗਰਦਨ ਹਿਲਾਉਂਦਿਆਂ ਕਿਹਾ। ਮੇਰੀ ਉਤਸੁਕਤਾ ਹੁਣ ਪੂਰੀ ਚਰਮ ਸੀਮਾ 'ਤੇ ਪਹੁੰਚ ਚੁੱਕੀ ਸੀ। ਮੈਂ ਚਾਹੁੰਦਾ ਸੀ ਕਿ ਹੁਣ ਇਸ ਚਿੱਕੜ ਦੇ ਕਮਲ ਨੂੰ ਪੂਰੀ ਤਰ੍ਹਾਂ ਅੰਦਰੋਂ ਬਾਹਰੋਂ ਫੋਲ ਲਵਾਂ। ਮੈਂ ਉਹਨੂੰ ਦੋ ਟੁਕ ਸਵਾਲ ਕੀਤਾ। ਲੈ ਵੀ ਮਿੱਤਰਾ, ਮੈਨੂੰ ਹੁਣ ਤੇਰੇ 'ਤੇ ਯਕੀਨ ਹੋ ਗਿਆ ਵੀ ਤੂੰ ਕੋਈ ਖਾਨਦਾਨੀ ਮੰਗਤਾ ਤਾਂ ਹੈ ਨਹੀਂ। ਤੂੰ ਹੈਗਾ ਨਿਰਾ ਜੱਟ ਸਾਧ। ਤੇਰੀਆਂ ਗੱਲਾਂ ਤੋਂ ਮੈਨੂੰ ਪੂਰਾ ਪੱਕ ਹੋ ਗਿਆ। ਆਖਿਰਕਾਰ ਮੈਂ ਵੀ 7 ਪੱਤਣਾਂ ਦਾ ਤਾਰੂ ਹਾਂ। ਨਾਲੇ B.Ed ਵੇਲੇ ਪ੍ਰੋਫੈਸਰਾਂ ਨੇ ਬਥੇਰਾ ਮਨੋਵਿਗਿਆਨ ਪੜ੍ਹਾਇਆ ਸੀ। ਖੁੱਲ੍ਹ ਕੇ ਸੁਣਾ ਜ਼ਰਾ ਆਪਣੀ ਹੋਈ ਬੀਤੀ। ਬਸ ਮਾਸਟਰ ਜੀ, ਹੁਣ ਤੁਸੀਂ ਸੁਣਦੇ ਜਾਇਓ। ਨੱਚਣ ਲੱਗੀ ਤੇ ਘੁੰਡ ਕਾਹਦਾ? ਨਾਲੇ ਤੁਹਾਡੇ ਵਰਗੇ ਦਰਵੇਸ਼ ਦੇ ਸਾਹਮਣੇ ਝੂਠ ਬੋਲਣਾ ਦੋਜ਼ਖ ਜਾਣ ਦੇ ਸਮਾਨ ਹੈ। ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਦੀ ਹਾਂ ਬਈ ਮੈਂ ਨਾ ਕੋਈ ਫੱਕਰ ਤੇ ਨਾ ਕੋਈ ਮੰਗਤਾ। ਮੈਂ ਤਾਂ ਹੈਗਾ ਨਿਰਾ ਪੂਰਾ ਸਿੱਧੜ ਜੱਟ। ਕਦੇ ਸਮਾਂ ਸੀ ਸਵਰਾਜ ਟਰੈਕਟਰ ਤੋਂ ਲੱਤ ਨਹੀਂ ਸੀ ਲੈਂਦੀ। ਮਾੜੀ ਕਿਸਮਤ ਬਾਪੂ ਨੇ ਧੱਕੇ ਨਾਲ ਪੁਆਤੀ ਗੱਡੀ। ਵੱਡਾ ਭਰਾ ਵੀ ਆਖੇ ਜੀਤੇ ਦੀ ਡਰਾਈਵਰੀ ਬੜੀ ਘੈਂਟ ਹੈ, ਆਪ ਹੀ ਗੱਡੀ ਚਲਾਇਆ ਕਰੂ। ਨਾ ਕਿਸੇ ਨੂੰ ਕੁਝ ਦੇਣਾ ਨਾ ਲੈਣਾ, ਨਾ ਕਿਸੇ ਹੇਰਾ ਫੇਰੀ ਦਾ ਡਰ। ਬਸ ਕਮਾਈ ਕਮਾਈ। ਗੱਡੀ ਦਾ ਪਹਿਲਾ ਗੇੜਾ ਲਾਉਣ ਤੋਂ ਪਹਿਲਾਂ ਮੈਂ ਗਿਆਨੀ ਗੁਰਮੁਖ ਸਿੰਘ ਦੇ ਡੇਰੇ ਗੱਡੀ ਨੂੰ ਵੀ ਮੱਥਾ ਟਿਕਾਇਆ ਤੇ ਆਪ ਵੀ ਜਾ ਕੇ ਟੇਕਿਆ। ਪਹਿਲਾ ਗੇੜਾ ਮਿਲਿਆ ਮਹਾਰਾਸ਼ਟਰ ਦਾ, ਜਿਹੜਾ ਮੇਰੀ ਜਿੰਦੜੀ ਤੇ ਕਹਿਰ ਢਾਹ ਗਿਆ। ਨਾਗਪੁਰ ਸਮਾਨ ਲਾ ਕੇ ਵਾਪਸ ਮੁੜਨ ਹੀ ਲੱਗਾ ਸੀ ਕਿ ਸੋਚਿਆ ਚੱਲ ਝੱਟ ਪੈਰ ਢਾਬੇ 'ਤੇ ਆਰਾਮ ਕਰ ਲੈਂਦੇ ਹਾਂ। ਗੱਡੀ ਸ਼ੈੱਡ 'ਤੇ ਲਾ ਕੇ ਆਪ ਦੇਸੀ ਦਾ ਪਊਆ ਲੈਣ ਨਾਲ ਦੇ ਠੇਕੇ 'ਤੇ ਜਾ ਵੜਿਆ। ਬਸ ਅਧੀਆ ਅੰਦਰ ਤੇ ਸੁਰਤ ਜਲੰਧਰ ਵਾਲੀ ਗੱਲ ਹੋ ਗਈ। ਜਦ ਕੁਛ ਦੇਰ ਬਾਅਦ ਅੱਖ ਖੁੱਲ੍ਹੀ ਤੇ ਗੱਡੀ ਵੱਲ ਨਿਗਾਹ ਮਾਰੀ ਤਾਂ ਗੱਡੀ ਕਹਿੰਦੀ ਹੱਥ ਨਾ ਲਾ। ਢਾਬੇ ਵਾਲਿਆਂ ਨੂੰ ਗੱਡੀ ਬਾਬਤ ਪੁੱਛਿਆ ਤਾਂ ਉਹਨਾਂ ਸਹੁਰੀ ਦਿਆਂ ਸਾਹਮਣੇ ਲੱਗੇ ਬੋਰਡ ਵੱਲ ਹੱਥ ਕਰਤਾ ਕਿ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ। ਬਸ ਉਹ ਦਿਨ ਜਾਵੇ ਤੇ ਆਹ ਦਿਨ ਆਵੇ, ਆਪਾਂ ਘਰ ਵੱਲ ਮੂੰਹ ਨਹੀਂ ਕਰਕੇ ਵੇਖਿਆ। ਬਸ ਇੱਕੋ ਸ਼ਰਾਬ ਦਾ ਆਦੀਆ ਹੀ ਮੇਰੀ ਇਸ ਫਕੀਰੀ ਦਾ ਕਾਰਨ ਬਣ ਗਿਆ। ਉਹਦੀਆਂ ਅੱਖਾਂ ਵਿੱਚੋਂ ਦੁਬਾਰਾ ਫੇਰ ਪਰਲ ਪਰਲ ਹੰਝੂ ਵਹਿ ਤੁਰੇ। ਬਥੇਰੀ ਵਾਰ ਖਿਆਲ ਆਇਆ ਘਰ ਨੂੰ ਪਰਤਾਂ। ਹਰ ਵਾਰ ਕਦੇ ਬਾਪੂ ਦੀ ਡਾਂਗ ਅੱਖਾਂ ਮੂਹਰੇ ਘੁੰਮਣ ਲੱਗਦੀ, ਕਦੇ ਵੱਡੇ ਭਰਾ ਤੇ ਬਾਕੀ ਘਰ ਦੀਆਂ ਰੀਝਾਂ। ਅਖੇ ਗੱਡੀ ਦੇ 4 ਗੇੜੇ ਲੱਗ ਗਏ ਤਾਂ ਸਮਝੋ ਨਿਆਈ ਵਾਲੇ 4 ਕਿੱਲੇ ਹੋਰ ਆਪਣੇ ਹੋ ਗਏ। ਜੇ ਮੈਂ ਘਰ ਜਾਂਦਾ ਵੀ ਤਾਂ ਕੀ ਮੂੰਹ ਲੈ ਕੇ? ਇਸ ਆਖਰੀ ਬੋਲ ਨੇ ਜਿਵੇਂ ਉਹਦੀਆਂ ਧਾਹਾਂ ਕੱਢਤੀਆਂ। ਹੁਣ ਉਹ ਇਕੱਲਾ ਨਹੀਂ ਸੀ। ਸਾਹਮਣੇ ਵਾਲੀਆਂ ਸੀਟਾਂ 'ਤੇ ਬੈਠੀਆਂ 2 ਮਾਈਆਂ ਵੀ ਪੱਲੇ ਨਾਲ ਹੰਝੂ ਪੂੰਝ ਰਹੀਆਂ ਸਨ। ਇਹੀ ਹਾਲ ਮੇਰਾ ਤੇ ਮੇਰੇ ਵਿਦਿਆਰਥੀਆਂ ਦਾ ਸੀ। ਕੁਛ ਦੇਰ ਲਈ ਅਜੀਬ ਜਿਹੀ ਚੁੱਪ ਪਸਰ ਗਈ। ਬਾਈ ਸਿੰਘਾ, ਹੁਣ ਅੱਗੋਂ ਕੀ ਵਿਚਾਰ ਏ? ਮੈਂ ਜਾਣਬੁੱਝ ਕੇ ਹੁਣ ਇੱਕ ਸ਼ਬਦ ਉਹਦੇ ਸੰਬੋਧਨ 'ਚੋਂ ਹਟਾ ਲਿਆ ਸੀ। ਬਸ ਮਾਸਟਰ ਜੀ, ਅੱਧੀ ਕੁ ਗੁਜ਼ਰ ਗਈ ਏ, ਬਾਕੀ ਰਹਿੰਦੀ ਵੀ ਇੰਜ ਧੱਕਿਆਂ ਧੌੜਿਆਂ 'ਚ ਗੁਜ਼ਰ ਜਾਊ। ਨਹੀਂ ਮੇਰੇ ਵੀਰ, ਇਉਂ ਨਹੀਂ। ਜੇ ਤੂੰ ਨਾ ਦੱਸ ਦਊਂ ਤਾਂ ਗੱਲ ਹੋਰ ਸੀ। ਹੁਣ ਤਾਂ ਤੈਨੂੰ ਪਿੰਡ ਜਾਣਾ ਹੀ ਪਊ। ਮੈਂ ਪੂਰਨ ਹਮਦਰਦੀ ਜ਼ਾਹਰ ਕਰਦਿਆਂ ਕਿਹਾ। ਬਸ ਮਾਸਟਰ ਜੀ, ਹੁਣ ਮੈਨੂੰ ਫਕੀਰ ਨੂੰ ਕਿਹਨੇ ਪਛਾਣਨਾ? ਉਹਨਾਂ ਭਾਣੇ ਤਾਂ ਮੈਂ ਕਦੋਂ ਦਾ ਮਰ ਮੁੱਕ ਗਿਆ ਹੋਣਾ। ਖੌਰੇ ਮੇਰੀ ਆਤਮਕ ਸ਼ਾਂਤੀ ਲਈ ਭੋਗ ਵੀ ਪਵਾ ਬੈਠੇ ਹੋਣ। ਵਿਚਾਰੇ ਸਮਝਦੇ ਹੋਣਗੇ ਕਿਤੇ ਖੱਡ ਖੁੱਡ 'ਚ ਟਰੱਕ ਸਮੇਤ ਜਾ ਪਿਆ ਹੋਣਾ। ਨਹੀਂ ਮਿੱਤਰਾ, ਤੂੰ ਦਿਲ ਨਾ ਛੱਡ। ਮੈਂ ਜੋ ਬੈਠਾ, ਮੈਂ ਚੱਲੂੰ ਤੇਰੇ ਨਾਲ। ਤੈਨੂੰ ਆਊਂ ਛੱਡ ਕੇ ਤੇਰੇ ਪਿੰਡ, ਮੈਂ ਖੁਸ਼ੀ ਨਾਲ ਚੰਬਲਦਿਆਂ ਕਿਹਾ। ਮੈਨੂੰ ਤਾਂ ਬਾਈ ਜੀ ਛੱਡ ਆਉਂਗੇ, ਪਰ 12 ਲੱਖ ਦਾ ਟਰੱਕ ਕਿੱਥੋਂ ਲਿਆਉਂਗੇ? ਤੁਸੀਂ ਹਾਲੇ ਸਾਡੇ ਬੁੜੇ ਦੀ ਡਾਂਗ ਨਹੀਂ ਵੇਖੀ। ਉਹਦੀ ਜ਼ਬਾਨ ਵਿਚਲੀ ਦ੍ਰਿੜਤਾ ਵੇਖ ਕੇ ਮੈਨੂੰ ਉਹ ਆਪਣੀ ਜਗ੍ਹਾ ਪੂਰੀ ਤਰ੍ਹਾਂ ਸੱਚਾ ਜਾਪ ਰਿਹਾ ਸੀ। ਮੈਂ ਫੇਰ ਕਿਹਾ, ਕੋਈ ਗੱਲ ਨਹੀਂ, ਸਭ ਠੀਕ ਹੋ ਜੂ। ਸਰਦਾਰ ਗੁਰਮੁਖ ਸਿੰਘ ਦੇ ਹੁੰਦਿਆਂ ਸਾਡੀ ਵਾਹ ਵੱਲ ਕੋਈ ਨਹੀਂ ਵੇਖ ਸਕਦਾ। ਜੇ ਤੈਨੂੰ ਘਰ ਥਾਂ ਨਾ ਮਿਲੀ ਤਾਂ ਫਿਰ ਬਾਬੇ ਗੁਰਮੁਖ ਸਿੰਘ ਦਾ ਡੇਰਾ ਤਾਂ ਹੈ ਹੀ। ਨਾਲੇ ਹੁਣ ਤਾਂ ਉਹਨੂੰ ਬਥੇਰੇ ਸਕੂਲ ਕਾਲਜ ਖੋਲ੍ਹ ਰੱਖੇ ਨੇ। ਕਿਤੇ ਚੌਕੀਦਾਰੀ ਲੱਗ ਜਾਏਗਾ ਤਾਂ ਰੋਟੀਆਂ ਭੁੱਖਾ ਨਹੀਂ ਮਰਦਾ। ਮੈਂ ਸਮਝਾ ਦਿਆਂਗਾ ਉਹਨੂੰ ਸਾਰੀ ਗੱਲ ਆਪੇ। ਅਕਸਰ ਮੈਂ ਵੀ ਉਹਦਾ ਪੁਰਾਣਾ ਆੜੀ ਰਿਹਾ। ਮੈਂ ਉਹਨੂੰ ਮਨਾਉਣ ਲਈ ਇਹ ਆਖਰੀ ਪੈਂਤੜਾ ਵਰਤਿਆ। ਵਾਹ ਸਰਦਾਰ ਜੀ, ਆਹ ਹੋਈ ਨਾ ਗੱਲ। ਹੁਣ ਨਹੀਂ ਮੈਂ ਖਾਂਦਾ ਰੇਲ ਗੱਡੀਆਂ ਦੇ ਧੱਕੇ। ਬਸ ਹੁਣ ਇੱਕ ਮਿਹਰਬਾਨੀ ਕਰ ਦਿਓ ਮੇਰੇ ਤੇ। ਮੇਰਾ ਆਹ ਹੁਲੀਆ ਸੁਧਾਰੋ ਕਿਸੇ ਨਾ ਕਿਸੇ ਤਰ੍ਹਾਂ।
ਇਹੋ ਜਿਹੀ ਹਾਲਤ ਵਿੱਚ ਤਾਂ ਸਹੁਰੀ ਦੇ ਪਿੰਡ ਦੇ ਕੁੱਤਿਆਂ ਨੇ ਵੀ ਪਿੰਡ ਦੀ ਜੂਹ 'ਚ ਵੜਨ ਨਹੀਂ ਦੇਣਾ। ਮੈਂ ਦੋਨੋਂ ਵਿਦਿਆਰਥੀਆਂ ਨੂੰ ਇਸ਼ਾਰਾ ਕੀਤਾ। ਉਹ ਝੱਟ ਉਹਨੂੰ ਰੇਲ ਦੇ ਬਾਥਰੂਮ 'ਚ ਲੈ ਗਏ। ਪਿੱਛੇ ਕਿਸੇ ਮੁਸਾਫਰ ਹੱਥ ਸਾਬਣ ਤੇ ਤੇਲ ਦੀ ਸ਼ੀਸ਼ੀ ਵੀ ਭੇਜਤੀ। ਸਮਾਨ ਸੁੱਖ ਨਾਲ ਸਾਡੇ ਕੋਲ ਸਾਰਾ ਹੀ ਸੀ। 1 ਹਫ਼ਤੇ ਦਾ ਟੂਰ ਸੀ ਤੇ ਕੰਘੇ ਸ਼ੀਸ਼ੇ ਤੋਂ ਲੈ ਕੇ ਜੁੱਤੀਆਂ ਜਰਾਬਾਂ ਤੱਕ ਸਭ ਕੁਝ ਅਸੀਂ ਆਪਣੇ ਬੈਗਾਂ 'ਚ ਤੂੜ ਰੱਖਿਆ ਸੀ। ਕੁਝ ਪਲਾਂ ਬਾਅਦ ਇੱਕ ਨਵਾਂ ਰੂਪ, ਨਵਾਂ ਮੁਹਾਂਦਰਾ ਡੱਬੇ 'ਚ ਪ੍ਰਵੇਸ਼ ਕਰ ਗਿਆ। ਇੱਕ ਵਿਦਿਆਰਥੀ ਨੇ ਮੇਰਾ ਲੱਕੜ ਦਾ ਕੰਘਾ ਉਹਦੇ ਹੱਥਾਂ 'ਚ ਫੜਾ ਦਿੱਤਾ। ਇੱਕ ਨੇ ਮੇਰੀ ਨਵੀਂ ਪੈਂਟ ਸ਼ਰਟ ਉਹਦੀ ਸੀਟ ਤੇ ਲਿਜਾ ਟਕਾਈ। ਵਾਲ ਵਾਹੁਣ ਤੋਂ ਬਾਅਦ ਕਾਲੇ ਰੰਗ ਦਾ ਪਰਨਾ ਪੂਰੀ ਸੋਹਣੀ ਦਿੱਖ ਵਿੱਚ ਉਹਨੇ ਸਿਰ ਤੇ ਸਜਾ ਲਿਆ। ਨਵੀਂ ਪੈਂਟ ਸ਼ਰਟ ਪਹਿਨਣ ਤੋਂ ਬਾਅਦ ਸ਼ੀਸ਼ੇ 'ਚ ਨਿਗਾਹ ਮਾਰਦਿਆਂ ਉਹਨੇ ਮੁੱਛਾਂ ਨੂੰ ਵੱਟ ਚਾੜਿਆ। ਬਸ ਇੱਕੋ ਘਾਟ ਰਹਿ ਗਈ ਸੀ, ਪੈਰਾਂ 'ਚ ਪਾਉਣ ਵਾਲੀ ਜੁੱਤੀ ਦੀ। ਉਹ ਵੀ ਮੈਨੂੰ ਯਾਦ ਆਇਆ ਵੀ ਮੇਰੀ ਸਰਦਾਰਨੀ ਨੇ ਮੇਰੇ ਮਨਾ ਕਰਦਿਆਂ ਕਿ ਚਮੜੇ ਦੇ ਸਲੀਪਰਾਂ ਦਾ ਜੋੜਾ ਬੈਗ 'ਚ ਪਾਤਾ ਸੀ। ਅਖੇ ਸ਼ਾਮ ਨੂੰ ਟਹਿਲਣ ਲੱਗਿਆਂ ਪਾ ਲੈਣਾ। ਮੈਂ ਝੱਟ ਛਾਲ ਮਾਰ ਕੇ ਉੱਪਰਲੀ ਸੌਣ ਵਾਲੀ ਸੀਟ ਤੋਂ ਬੈਗ ਉਤਾਰ ਸਲੀਪਰ ਵੀ ਉਹਦੇ ਪੈਰਾਂ 'ਚ ਪਵਾ ਦਿੱਤੇ। ਕੁਝ ਪਲ ਪਹਿਲਾਂ ਵਾਲਾ ਮੰਗਤਾ ਹੁਣ ਪੂਰੀ ਤਰ੍ਹਾਂ ਉੱਥੋਂ ਗਾਇਬ ਸੀ। ਹੁਣ ਉਸ ਜਟਾਧਾਰੀ ਮੰਗਤੇ ਦੀ ਥਾਂ 30-32 ਸਾਲ ਦਾ ਭਰਵਾਂ ਗੱਭਰੂ ਮੁੱਛਾਂ ਨੂੰ ਵੱਟ ਚਾੜੀ ਕਿਸੇ ਨਵੀਨ ਜ਼ਿੰਦਗੀ ਦੀ ਆਸ ਲਾਈ ਬੈਠਾ ਸੀ। ਗੱਡੀ ਨੇ ਅਚਾਨਕ ਚੀਕ ਮਾਰੀ ਤੇ ਰਫ਼ਤਾਰ ਹੌਲੀ ਹੋਣੀ ਸ਼ੁਰੂ ਹੋ ਗਈ। ਮੈਂ ਬਾਰੀ 'ਚ ਖੜ ਕੇ ਵੇਖਿਆ। ਗੱਡੀ ਫਿਰੋਜ਼ਪੁਰ ਰੇਲਵੇ ਸਟੇਸ਼ਨ ਤੋਂ ਸਿਰਫ ਕੁਝ ਫਰਲਾਂਗ ਹੀ ਦੂਰ ਸੀ। ਮੈਂ ਕਿਹਾ, ਹਾਂ ਬਾਈ ਸਿਆਂ। ਉਹਨੇ ਵਿੱਚੋਂ ਹੀ ਟੋਕਦਿਆਂ ਕਿਹਾ, ਮਾਸਟਰ ਜੀ ਮੇਰਾ ਬਾਈ ਸਿਆਂ ਨਾ ਕਹੋ, ਬਾਈ ਸ਼ਰਨ ਸਿਆਂ ਕਹੋ। ਮੈਂ ਉਹਨੂੰ ਹੱਸ ਕੇ ਗਲਵੱਕੜੀ 'ਚ ਲੈ ਲਿਆ। ਸ਼ਰਾਬ ਦੀ ਗੰਧ ਦੀ ਥਾਂ ਹੁਣ ਨਿੱਕੀ ਇਲਾਇਚੀ ਤੇ ਮੁਸ਼ਕੀ ਸਾਬਣ ਦੀ ਸੁਗੰਧ ਆ ਰਹੀ ਸੀ। ਗੱਡੀ ਇੱਕੋ ਝਟਕੇ ਨਾਲ ਰੁਕੀ। ਉਹਨੇ ਇੱਕ ਵਾਰ ਫੇਰ ਮੈਨੂੰ ਘੁੱਟ ਕੇ ਗਲਵੱਕੜੀ 'ਚ ਲਿਆ। ਇੱਕ ਵਾਰੀ ਹੰਝੂ ਫੇਰ ਉਹਦੀਆਂ ਸੁੱਕੀਆਂ ਗੱਲਾਂ ਤੇ ਟਪਕ ਰਹੇ ਸਨ, ਪਰ ਹੁਣ ਇਹਨਾਂ 'ਚੋਂ ਖੁਸ਼ੀ ਦੇ ਅੰਸ਼ ਪ੍ਰਤੱਖ ਰੂਪ 'ਚ ਦੇਖੇ ਜਾ ਸਕਦੇ ਸਨ। ਉਹ ਸਾਰੇ ਮੁਸਾਫਰਾਂ ਨੂੰ ਸਤਿ ਸ੍ਰੀ ਅਕਾਲ ਗੁੰਜਾਉਂਦਾ ਝੱਟ ਸਾਡੀਆਂ ਅੱਖਾਂ ਤੋਂ ਓਹਲੇ ਹੋ ਗਿਆ। ਗੱਡੀ ਚੱਲ ਗਈ, ਪਰ ਹੁਣ ਪਹਿਲਾਂ ਵਾਲੀ ਰੌਣਕ ਨਹੀਂ ਸੀ। ਡੱਬਾ ਪੂਰੀ ਤਰ੍ਹਾਂ ਨਿਰਜਿੰਦ ਸੀ, ਜਿਵੇਂ ਡੱਬੇ ਦੀ ਰੂਹ ਕਿਧਰੇ ਪਿੱਛੇ ਰਹਿ ਗਈ ਹੋਵੇ। ਇਸ ਘਟਨਾ ਨੂੰ ਬੀਤਿਆਂ ਕਈ ਸਾਲ ਗੁਜ਼ਰ ਗਏ। ਮੈਂ ਤਾਂ ਲਗਭਗ ਪੂਰੀ ਤਰ੍ਹਾਂ ਭੁੱਲ ਹੀ ਚੁੱਕਿਆ ਸੀ। ਅਚਾਨਕ ਇੱਕ ਦਿਨ ਮੈਂ ਆਪਣੇ ਕਿਸੇ ਦੋਸਤ ਨੂੰ ਮਿਲਣ ਮੋਟਰਸਾਈਕਲ ਤੇ ਸਵਾਰ ਹੋ ਜੀਰੇ ਵੱਲ ਜਾ ਰਿਹਾ ਸੀ। ਅਚਾਨਕ ਇੱਕ ਟਰੱਕ ਵਾਲੇ ਨੇ ਮੇਰੇ ਪਿੱਛੇੋਂ ਟਰੱਕ ਲੰਘਾ ਯਕਦਮ ਬ੍ਰੇਕਾਂ ਲਾਤੀਆਂ। ਮੇਰੀ ਤਾਂ ਜਿਵੇਂ ਖਾਨਿਓ ਹੀ ਚਲੀ। ਮੈਂ ਬੜੀ ਮੁਸ਼ਕਲ ਨਾਲ ਮੋਟਰਸਾਈਕਲ ਨੂੰ ਰੋਕਿਆ। ਹੇਠਲਾ ਸਾਹ ਹੇਠਾਂ, ਉੱਪਰਲਾ ਸਾਹ ਉਤਾਂਹ ਰਹਿ ਗਿਆ। ਇਸ ਤੋਂ ਪਹਿਲਾਂ ਕਿ ਮੈਂ ਆਪਣਾ ਗੁੱਸਾ ਟਰੱਕ 'ਚੋਂ ਉਤਰੇ ਡਰਾਈਵਰ ਤੇ ਉਤਾਰਦਾ, ਉਹਦੀ ਮਿੱਠੀ ਮੁਸਕਾਨ ਨੇ ਮੈਨੂੰ ਜ਼ਹਿਨ ਤੇ ਜ਼ੋਰ ਪਾਉਣ ਲਈ ਮਜਬੂਰ ਕਰ ਦਿੱਤਾ। ਮੈਂ ਹਲੇ ਸੰਭਲਿਆ ਵੀ ਨਹੀਂ ਸੀ ਕਿ ਉਸ ਅਜਨਬੀ ਡਰਾਈਵਰ ਨੇ ਮੈਨੂੰ ਆਪਣੀ ਗਲਵੱਕੜੀ 'ਚ ਲੈ ਲਿਆ। ਉਹ ਗਲਵੱਕੜੀ ਢਿੱਲੀ ਕਰਦਿਆਂ ਹੀ ਬੋਲਿਆ, ਕਿਉਂ ਮਾਸਟਰ ਜੀ, ਲੱਭ ਲਿਆ ਨਾ ਇੰਨੇ ਸਾਲਾਂ ਬਾਅਦ? ਤੁਸੀਂ ਤਾਂ ਨਹੀਂ ਸੀ ਦੱਸਿਆ ਆਪਣਾ ਸਿਰਨਾਮਾ, ਪਰ ਅੱਜ ਉੱਪਰ ਵਾਲੇ ਨੇ ਰੋਡ 'ਤੇ ਹੀ ਮੇਲ ਕਰਾਤਾ। ਮੇਰੇ ਅਚੇਤ ਵਿੱਚੋਂ ਝੱਟ ਵਰ੍ਹਿਆਂ ਦੀ ਬੀਤੀ ਘਟਨਾ ਸਾਹਮਣੇ ਆ ਸਾਕਾਰ ਹੋਈ। ਵਾਹ ਸ਼ਰਨ ਸਿੰਘ, ਹਾਂਜੀ ਮਾਸਟਰ ਜੀ, ਚੇਤਾ ਹੈ? ਪਰ ਨਾ ਵੀ ਤੁਹਾਨੂੰ? ਉਹ ਠਹਾਕਾ ਮਾਰ ਕੇ ਹੱਸਿਆ। ਆਓ ਮਾਸਟਰ ਜੀ, ਝੱਟ ਪੈਰ ਬਹਿੰਦੇ ਹਾਂ। ਉਹ ਸਾਹਮਣੇ ਢਾਬੇ 'ਤੇ ਬੜੇ ਚਿਰਾਂ ਬਾਅਦ ਵਿਛੜਿਆਂ ਦੇ ਮੇਲੇ ਹੋਏ ਨੇ। ਮੈਂ ਭਾਵੇਂ ਦੋਸਤ ਦੇ ਸ਼ਗਨ 'ਤੇ ਬੜਾ ਜ਼ਰੂਰੀ ਪਹੁੰਚਣਾ ਸੀ, ਪਰ ਮੈਂ ਉਹਨੂੰ ਉੱਕਾ ਹੀ ਨਾ ਕਰ ਸਕਿਆ। ਮੈਨੂੰ ਇਉਂ ਜਾਪਿਆ ਜਿਵੇਂ ਇਸ ਨਾਲ ਮੇਰਾ ਕੋਈ ਪਿਛਲੇ ਜਨਮਾਂ ਦਾ ਸਦੀਵੀ ਰਿਸ਼ਤਾ ਹੋਵੇ। ਮੈਂ ਮੋਟਰਸਾਈਕਲ ਸਾਈਡ 'ਤੇ ਲਗਾ ਦਿੱਤਾ। ਫਰਲਾਂਗ ਕੁ ਦੀ ਦੂਰੀ 'ਤੇ ਬਣੇ ਪੰਜਾਬੀ ਢਾਬੇ 'ਤੇ ਜਾ ਪਹੁੰਚੇ। 2 ਗਲਾਸ ਠੰਡੀ ਲੱਸੀ ਬਣਾ ਦੀ ਸ਼ੇਰਾ, ਉਹਨੇ ਪੂਰੀ ਡਰਾਈਵਰੀ ਰੋਹਬ ਨਾਲ ਢਾਬੇ ਦੇ ਕਾਊਂਟਰ 'ਤੇ ਖੜੇ ਮੁੰਡੇ ਨੂੰ ਕਿਹਾ। ਸੁਣਾ ਫਿਰ, ਘਰਦਿਆਂ ਨੇ ਕਰ ਲਿਆ ਕਬੂਲ? ਮੈਂ ਗੱਲਬਾਤ ਦੀ ਲੜੀ ਤੋਰੀ। ਮਾਸਟਰ ਜੀ, ਮੈਂ ਤਾਂ ਸਹੁਰੀ ਦਾ ਐਵੇਂ ਡਰ ਗਿਆ। ਕਾਸ਼ ਉਦੋਂ ਹੀ ਘਰ ਮੁੜ ਪੈਂਦਾ। ਐਵੇਂ ਕਈ ਸਾਲ ਫਕੀਰੀ ਹੰਢਾਈ। ਘਰ ਜਾਂਦਿਆਂ ਹੀ ਗੇਟ ਮੂਹਰੇ ਇਹੋ ਗੱਡੀ ਵੇਖੀ ਤਾਂ ਮੇਰੀ ਹੈਰਾਨੀ ਨਾ ਰਹੀ। ਘਰੋਂ ਪਤਾ ਲੱਗਾ ਕਿ ਇਹ ਤਾਂ ਦੂਜੇ ਦਿਨ ਹੀ ਘਰ ਪਹੁੰਚ ਗਈ ਸੀ। ਉਹ ਕਿਵੇਂ? ਬਸ ਮਾਟਰ ਜੀ, ਇਸ ਬਗੋਲ ਤੇ ਕੁਝ ਨਾ ਫੋਲ। ਸਹੁਰੀ ਦੀ ਕਿਸਮਤ ਹੀ ਲੁਕਣ ਮੀਚੀਆਂ ਖੇਡਦੀ ਰਹੀ ਹੈ। ਉੱਥੇ ਨਾਗਪੁਰ ਕਈ ਗੱਡੀਆਂ ਕਤਾਰ 'ਚ ਖੜੀਆਂ ਸੀ। ਪੀਤੀ ਖਾਧੀ 'ਚ ਆਪਣਾ ਹੀ ਇੱਕ ਪੰਜਾਬੀ ਡਰਾਈਵਰ ਮੇਰੇ ਵਾਲੀ ਰਾਣੂ 'ਚ ਜਾ ਵੜਿਆ। ਚਾਬੀ ਮੈਂ ਵੀ ਸੁੱਖ ਨਾਲ ਵਿੱਚ ਹੀ ਛੱਡ ਗਿਆ ਸੀ। ਖਾਧੀ ਪੀਤੀ 'ਚ ਉਹਨੇ ਪਤੰਦਰ ਨੇ ਸੋਚਿਆ ਵੀ ਆਪਦੇ ਵਾਲੀਓ ਹੀ ਹੈ। 8-10 ਕਿਲੋਮੀਟਰ ਤੇ ਜਾ ਕੇ ਉਹਨੂੰ ਸੁਰਤ ਆਈ ਵੀ ਗੱਡੀ ਤਾਂ ਸਹੁਰੀ ਦੀ ਕੋਈ ਹੋਰ ਹੀ ਭਜਾਈ ਜਾਣਾ। ਸੜਕ 'ਤੇ ਅੱਗੇ ਪੁਲਿਸ ਦਾ ਨਾਕਾ ਸੀ। ਡਰਦੇ ਨੇ ਉੱਥੇ ਹੀ ਬ੍ਰੇਕ ਲਾਤੀ। ਸਾਰੀ ਗੱਲ ਮਰਾਠੀ ਪੁਲਿਸ ਨੂੰ ਸੱਚੋ ਸੱਚ ਦੱਸਦੀ। ਪੁਲਿਸ ਨੇ ਉਸੇ ਢਾਬੇ 'ਤੇ ਆ ਕੇ ਮੈਨੂੰ ਬਥੇਰਾ ਲੱਭਿਆ, ਪਰ ਮੈਂ ਤਾਂ ਪਹਿਲਾਂ ਹੀ ਗੱਡੀ ਗੁਆਚਣ ਦੇ ਡਰੋਂ ਰਫੂ ਚੱਕਰ ਹੋਇਆ ਫਿਰਦਾ ਸੀ। ਕਾਗਜ਼ ਪੱਤਰ ਵੇਖ ਕੇ ਉਹਨਾਂ ਨੇ ਪੁੱਛ ਪੜਤਾਲ ਕਰਕੇ ਗੱਡੀ ਆਪਣੇ ਪਿੰਡ ਭੇਜਤੀ। ਮੈਂ ਕਿਹਾ, ਬਈ ਫੇਰ ਤਾਂ ਤੈਨੂੰ ਦੂਰੀਆਂ ਮੁਬਾਰਕਾਂ ਹੋਣ, ਇੱਕ ਘਰ ਪਹੁੰਚਣ ਦੀਆਂ, ਦੂਜੀਆਂ ਗੱਡੀ ਮੁੜਨ ਦੀਆਂ। ਬਸ ਮਾਸਟਰ ਜੀ, ਜੇ ਤੁਹਾਡੀ ਤੇ ਉਸ
ਉੱਪਰ ਵਾਲੇ ਦੀ ਕਿਧਰੇ ਨਜ਼ਰ ਸਵੱਲੀ ਨਾ ਹੁੰਦੀ ਤਾਂ ਖਬਰੇ ਅੱਜ ਵੀ ਕਿਸੇ ਰੇਲ ਗੱਡੀ 'ਚ ਠੂਠਾ ਫੜੀ ਮੰਗਦੇ ਹੁੰਦੇ। ਸ਼ੁਕਰ ਹੈ ਉਸ ਵੈਗਰੂ ਦਾ ਇਸੇ ਧਰਤੀ ਤੇ ਨਰਕ ਸੁਰਗ ਦਿਖਾਤਾ ਸੀ। ਇਹ ਕਹਿੰਦੀਆਂ ਉਹਦੀਆਂ ਅੱਖਾਂ 'ਚੋਂ ਆਪ ਮੁਹਾਰੇ ਅਥਰੂ ਛਲਕ ਆਏ। ਧੰਨਵਾਦ। ਅਗਲੀ ਕਹਾਣੀ ਹੈ ਤੜਪ ਤੋਂ ਵੇਗ ਤੱਕ। ਮੈਨੂੰ ਘੁੰਮਣ ਫਿਰਨ ਦਾ ਸ਼ੌਕ ਤਾਂ ਬਚਪਨ ਤੋਂ ਹੀ ਰਿਹਾ ਹੈ, ਪਰ ਪਰਮਾਤਮਾ ਵੱਲੋਂ ਰੋਜ਼ਗਾਰ ਵੀ ਐਸਾ ਮਿਲਿਆ ਕਿ ਝੱਸ ਵੀ ਸਹਿਜੇ ਪੂਰਾ ਹੋ ਜਾਂਦਾ ਹੈ। ਮੇਰਾ ਦਿੱਲੀ ਦਾ ਸਰਕਾਰੀ ਦੌਰਾ ਤਾਂ ਖਤਮ ਹੋ ਗਿਆ, ਪਰ ਉੱਥੇ ਕੁਝ ਐਸੇ ਕਲਾਕਾਰ ਦੋਸਤ ਮਿਲੇ ਜਿਨ੍ਹਾਂ ਨੇ ਕੁਝ ਦਿਨ ਹੋਰ ਠਹਿਰਨ ਲਈ ਮਜਬੂਰ ਕਰ ਦਿੱਤਾ। ਦੋਸਤ ਵੀ ਐਸੇ ਕਿ ਜਿਨ੍ਹਾਂ ਨੂੰ ਛੱਡਣਾ ਕਲਾ ਦਾ ਨਿਰਾਦਰ ਕਰਨ ਵਾਲੀ ਗੱਲ ਸੀ। ਜੇ ਇੱਕ ਪਾਸੇ ਮਕਬੂਲ ਹਸਨ ਜਿਹਾ ਚਿੱਤਰਕਾਰ ਸੀ ਤਾਂ ਦੂਜੇ ਪਾਸੇ ਕਾਂਤੀ ਲਾਲ ਜਿਹਾ ਬੁੱਤ-ਤਰਾਸ਼। ਇੱਕ ਦਿਨ ਅਸੀਂ ਤਿੰਨੋਂ ਮਿੱਤਰ ਸ਼ਾਮ ਦੀ ਸੈਰ ਕਰਦੇ ਬਾਲ ਭਵਨ ਅੱਗਿਓਂ ਗੁਜ਼ਰ ਰਹੇ ਸੀ ਕਿ ਮੁਨਾਦੀ ਕਰਦੀ ਵੱਡੀ ਗੱਡੀ ਦੇ ਕੰਨ ਪਾੜਵੇਂ ਸਪੀਕਰ ਨੇ ਸਾਡਾ ਸਾਰਾ ਧਿਆਨ ਆਪਣੇ ਵੱਲ। ਸੁਣੋ ਸੁਣੋ ਸੁਣੋ। ਭਾਰਤ ਵਿੱਚ ਪਹਿਲੀ ਵਾਰ ਰਾਮਾਇਣ ਤੇ ਮਹਾਭਾਰਤ ਦੀਆਂ ਸੰਪੂਰਨ ਕਥਾਵਾਂ ਚਿੱਤਰਾਂ ਸਮੇਤ ਕੱਲ੍ਹ ਠੀਕ 10 ਵਜੇ ਪ੍ਰਗਤੀ ਮੈਦਾਨ ਦੇ ਹਾਲ ਨੰਬਰ 7 ਦੇ ਸਾਹਮਣੇ ਪ੍ਰਦਰਸ਼ਿਤ ਕੀਤੀਆਂ ਜਾ ਰਹੀਆਂ ਹਨ। 1.5 ਕਿਲੋਮੀਟਰ ਦੇ ਲੰਬੇ ਕੱਪੜੇ ਉੱਪਰ ਪੇਸ਼ ਇਹ ਕਥਾਵਾਂ ਸੰਸਾਰ ਭਰ 'ਚ ਵਿਲੱਖਣ ਕਲਾ ਸ਼ੈਲੀ ਵਜੋਂ ਸਾਹਮਣੇ ਆਈਆਂ ਹਨ। ਦੇਸ਼ ਵਿਦੇਸ਼ ਤੋਂ ਕਲਾ ਪ੍ਰੇਮੀ ਇਸ ਪ੍ਰਦਰਸ਼ਨੀ 'ਚ ਸ਼ਰੀਕ ਹੋਣ ਆ ਰਹੇ ਹਨ। ਸਮੂਹ ਦਿੱਲੀ ਨਿਵਾਸੀਆਂ ਨੂੰ ਵੀ ਇਸ ਪ੍ਰਦਰਸ਼ਨੀ 'ਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਮੁਨਾਦੀ ਕਰਦੀ ਵੈਨ ਕਾਫੀ ਅੱਗੇ ਲੰਘ ਚੁੱਕੀ ਸੀ, ਪਰ ਉਹਦੀ ਧੀਮੀ ਤੋਂ ਧੀਮੀ ਹੁੰਦੀ ਜਾ ਰਹੀ ਆਵਾਜ਼ ਹਾਲੇ ਵੀ ਮੇਰੇ ਕੰਨਾਂ ਨੂੰ ਸੁਣਾਈ ਦੇ ਰਹੀ ਸੀ। ਮੈਂ ਮਕਬੂਲ ਹੁਸੈਨ ਨੂੰ ਕੂਣੀ ਮਾਰੀ। ਦੇਖ ਮਿੱਤਰਾ, ਇਹ ਵੀ ਤਾਂ ਕਿਸੇ ਕਲਾਕਾਰ ਨੇ ਜਾਨ ਮਾਰੀ ਹੈ ਨਾ। ਅਸੀਂ 4-4 ਪੋਰਟਰੇਟ ਤਿਆਰ ਕਰਕੇ ਨਾਡੂ ਖਾਂ ਬਣੇ ਫਿਰਦੇ ਹਾਂ। ਇੱਧਰ 1.5 ਕਿਲੋਮੀਟਰ 'ਚ ਸਦੀਆਂ ਪੁਰਾਣੇ ਇਤਿਹਾਸ ਮਿਥਿਹਾਸ ਨੂੰ ਕਿਸੇ ਨੇ ਕੱਪੜੇ ਤੇ ਲਿਆ ਬਿਠਾਇਆ ਹੈ। ਬੜੀ ਜਾਨ ਮਾਰੀ ਹੋਏਗੀ ਕਿਸੇ ਆਰਟਿਸਟ ਨੇ। ਕੋਈ ਗੱਲ ਨਹੀਂ, ਕੱਲ ਨੂੰ ਕਰਾਵਾਂਗੇ ਦਰਸ਼ਨ ਤੈਨੂੰ ਉਸ ਮਹਾਂਪੁਰਸ਼ ਦੇ। ਮਕਬੂਲ ਨੇ ਮੇਰਾ ਮੋਢਾ ਥਾਪੜਦਿਆਂ ਕਿਹਾ। ਉਹ ਭਾਈ, ਮੈਨੂੰ ਗਰੀਬ ਨੂੰ ਕਿਤੇ ਘਰ ਹੀ ਭਾਂਡੇ ਮਾਂਜਣ ਨੂੰ ਨਾ ਛੱਡ ਜਾਣਾ, ਮੈਂ ਵੀ ਚੱਲੂ। ਕਾਂਤੀ ਲਾਲ ਨੇ ਆਪਣੇ ਪੁਰਾਣੇ ਮੁਖੌਲੀਆ ਲਹਿਜੇ 'ਚ ਪੱਲਾ ਝਾੜਿਆ। ਵਾਹ ਬਈ ਮਿੱਤਰਾ, ਤੇਰੇ ਤੋਂ ਬਗੈਰ ਤਾਂ ਕੁਝ ਵੇਖਣ ਦਾ ਸਵਾਦ ਹੀ ਨਹੀਂ ਆਉਣਾ। ਮੈਂ ਕਾਂਤੀ ਲਾਲ ਵੱਲ ਹੱਥ ਵਧਾਇਆ ਤੇ ਉਹਨੇ ਪੁਰਾਣੀ ਆਦਤ ਵਾਂਗ ਤਾੜ ਦੇਣੇ ਹੱਥ ਤੇ ਹੱਥ ਮਾਰਿਆ ਤੇ ਖਿੜ-ਖਿੜ ਕੇ ਹੱਸਣ ਲੱਗ ਪਿਆ। ਅਗਲੇ ਦਿਨ ਪ੍ਰਦਰਸ਼ਨੀ ਸ਼ੁਰੂ ਹੋਣ ਤੋਂ 1 ਘੰਟਾ ਪਹਿਲਾਂ ਹੀ ਅਸੀਂ ਹਾਲ ਨੰਬਰ 7 ਦੇ ਸਾਹਮਣੇ ਜਾ ਪਹੁੰਚੇ। ਇੱਕ ਸੁੰਦਰ ਸਜੀ ਧਜੀ ਵੱਡੀ ਗੱਡੀ 'ਚੋਂ ਇੱਕ ਲੰਬਾ ਸਕਰੋਲ ਉਤਾਰਿਆ ਜਾ ਰਿਹਾ ਸੀ। ਪਲ ਭਰ 'ਚ ਹੀ ਇਹਨੂੰ ਸੁੰਦਰ ਵਿਛੇ ਗਲੀਚੇ ਉੱਪਰ ਵਿਛਾ ਦਿੱਤਾ ਗਿਆ। ਪਲਾਂ ਵਿੱਚ ਹਜ਼ਾਰਾਂ ਦੀ ਤਾਦਾਦ 'ਚ ਭੀੜ ਉਮੜ ਪਈ। ਦਰਸ਼ਕਾਂ ਨੂੰ ਕੰਟਰੋਲ ਕਰਨ ਵਾਸਤੇ ਬੜੇ ਸੁਚੱਜੇ ਪ੍ਰਬੰਧ ਸਨ। ਇੱਕ ਪਾਸਿਓਂ ਦਰਸ਼ਕ ਦਾਖਲ ਹੁੰਦੇ, ਦੂਜੇ ਪਾਸਿਓਂ 1.5 ਕਿਲੋਮੀਟਰ ਲੰਬੀ ਕਥਾ ਪੜ੍ਹਦੇ ਦੇਖਦੇ ਇਹਦੇ ਰਚਨਹਾਰੇ ਦੀ ਮਿਹਨਤ ਦੀ ਦਾਤ ਦਿੰਦੇ ਬਾਹਰ ਨਿਕਲਦੇ ਜਾਂਦੇ। ਰਾਜਾ ਦਸ਼ਰਥ ਦੇ ਦਰਬਾਰ ਤੋਂ ਲੈ ਕੇ ਇੱਕ ਘਟਨਾ, ਰਾਮਚੰਦਰ ਲਛਮਣ ਤੇ ਸੀਤਾ ਨੂੰ ਬਨਵਾਸ ਮਿਲਣਾ, ਜੰਗਲ ਦੀਆਂ ਤਕਲੀਫਾਂ, ਰਾਵਣ ਦਾ ਵਧ ਕਰਨਾ ਆਦਿ ਇੱਕ ਘਟਨਾ ਚਿੱਤਰਾਂ ਸਮੇਤ ਭਗਵਾਨ ਰਾਮਚੰਦਰ ਦੀ ਜੀਵਨ ਲੀਲਾ ਨੂੰ ਇਉਂ ਦਰਸਾ ਰਿਹਾ ਸੀ ਜਿਵੇਂ ਸਾਰੀ ਰਾਮਾਇਣ ਦੁਬਾਰਾ ਇਸ 1.5 ਕਿਲੋਮੀਟਰ ਦੇ ਏਰੀਏ 'ਚ ਵਾਪਰ ਰਹੀ ਹੋਵੇ। ਬਿਲਕੁਲ ਇਸੇ ਤਰ੍ਹਾਂ ਮਹਾਭਾਰਤ ਦੀ ਪੂਰੀ ਕਹਾਣੀ ਕਲਾ ਪ੍ਰੇਮੀਆਂ ਦੇ ਸਾਹਮਣਿਓਂ ਸਾਕਾਰ ਰੂਪ 'ਚ ਗੁਜ਼ਰ ਰਹੀ ਸੀ। ਭਗਵਾਨ ਕ੍ਰਿਸ਼ਨ ਦਾ ਅਰਜਨ ਨੂੰ ਉਪਦੇਸ਼ ਦੇਣਾ, ਅਰਜਨ ਦਾ ਹੱਥ ਜੋੜ ਕੇ ਸੁਣਨਾ ਇੰਨਾ ਵਾਸਤਵਿਕ ਮਹਿਸੂਸ ਹੋ ਰਿਹਾ ਸੀ ਜਿਵੇਂ ਭਗਵਾਨ ਕ੍ਰਿਸ਼ਨ ਤੇ ਅਰਜਨ ਕੁਝ ਸਮੇਂ ਲਈ ਹਾਲ ਨੰਬਰ 7 ਦੇ ਸਾਹਮਣੇ ਆ ਵਿਚਾਰ ਗੋਸ਼ਟ ਕਰਨ ਲੱਗੇ ਹੋਣ। ਸਭ ਕੁਝ ਵੇਖ ਮੇਰੀਆਂ ਨਜ਼ਰਾਂ ਜਿੰਨੀਆਂ ਸੰਤੁਸ਼ਟ ਹੋ ਰਹੀਆਂ ਸੀ, ਓਨੀਆਂ ਹੀ ਅਸੰਤੁਸ਼ਟ। ਮਨ ਕਾਹਲਾ ਪੈ ਰਿਹਾ ਸੀ। ਮਨ ਵਿੱਚੋਂ ਦਾਤ ਦੇ ਭਾਵ ਇੰਨੇ ਉਤਾਵਲੇ ਹੋ ਰਹੇ ਸੀ ਕਿ ਮੇਰੇ ਲਈ ਕੁਝ ਦੇਰ ਹੋਰ ਰੋਕ ਸਕਣਾ ਮੁਸ਼ਕਿਲ ਸੀ। ਆਖਿਰਕਾਰ ਮੈਂ ਇੱਕ ਗਾਈਡ ਕੋਲੋਂ ਪੁੱਛ ਹੀ ਲਿਆ, ਅਰੇ ਭਾਈ ਸਾਹਿਬ इतनी सुंदर कलाकृतियों को जन्म देने वाला शख्स है कौन? ਉਹਨੇ ਸਾਹਮਣੇ ਕਮਰੇ ਵੱਲ ਇਸ਼ਾਰਾ ਕਰ ਦਿੱਤਾ। ਮੈਂ ਬਾਹੂਦਾਈ ਦਰਵਾਜ਼ੇ ਤੇ ਜਾ ਧਮਕਿਆ। ਅੱਗੇ ਕੈਮਰਿਆਂ ਵਾਲੇ, ਫਿਲਮਾਂ ਵਾਲੇ, ਟੇਪ ਰਿਕਾਰਡਰਾਂ ਵਾਲੇ, ਇੱਕ ਤੋਂ ਵੱਧ ਕੇ ਇੱਕ ਨਵਾਂ ਨਿਗਾਰ, ਜਿਵੇਂ ਦੁਨੀਆ ਦਾ ਸਾਰਾ ਮੀਡੀਆ ਇੱਥੇ ਹੀ ਆ ਪਹੁੰਚਿਆ ਹੋਵੇ। ਸਾਹਮਣੇ ਵੀਲ ਚੇਅਰ ਤੇ ਬੈਠੀ ਪੂਰੇ ਸ਼ਾਂਤ ਸੁਭਾਅ ਦੀ 80 ਟੱਪੀ ਬਜ਼ੁਰਗ ਔਰਤ। ਅਖਬਾਰਾਂ ਵਾਲੇ, ਟੀਵੀ ਵਾਲੇ ਇੱਕ ਤੋਂ ਇੱਕ ਅੱਗੇ ਹੋ ਕੇ ਆਪੋ ਆਪਣੇ ਮਾਈਕਰੋਫੋਨ, ਟੇਪ ਰਿਕਾਰਡਰ ਆਦਿ ਜੰਤਰ ਲੈ ਲਏ ਬਜ਼ੁਰਗ ਔਰਤ ਦਾ ਇੱਕ ਬੋਲ ਰਿਕਾਰਡ ਕਰਨ ਨੂੰ ਪਏ ਤਰਸਣ। ਮੈਨੂੰ ਸਮਝਣ 'ਚ ਦੇਰ ਨਾ ਲੱਗੀ ਕਿ ਉਹੀ ਬਾਹਰੋਂ ਕੋਮਲ ਦਿਸਣ ਵਾਲੀ ਸਖਤ ਜਾਨ ਔਰਤ ਹੈ ਜਿਹਨੇ ਆਪਣੀ ਮਿਹਨਤ ਦੇ
ਬਲਬੂਤੇ ਭਗਵਾਨ ਰਾਮ ਤੇ ਕ੍ਰਿਸ਼ਨ ਨੂੰ ਇੱਕ ਵਾਰ ਫਿਰ ਧਰਤੀ ਤੇ ਸਾਕਾਰ ਕਰ ਦਿੱਤਾ। ਮੈਂ ਮੌਕਾ ਮਿਲਦਿਆਂ ਉਸ ਸਿਰੜੀ ਔਰਤ ਦੇ ਸਾਹਮਣੇ ਜਾ ਪਹੁੰਚਿਆ। ਹੱਥ ਜੋੜ ਕਲਾ ਦੀ ਦੇਵੀ ਤੋਂ ਇਸ ਕਲਾ ਦੇ ਕ੍ਰਿਸ਼ਮੇ ਦੀ ਪ੍ਰੇਰਨਾ ਦਾ ਰਾਜ ਪੁੱਛਿਆ। ਕਲਾ ਦੀ ਮੂਰਤ ਕੁਝ ਨਹੀਂ ਬੋਲੀ, ਸਿਰਫ ਸੱਜੇ ਹੱਥ ਖੜੇ ਗਾਈਡ ਵੱਲ ਇਸ਼ਾਰਾ ਕੀਤਾ। ਇਹ ਉਹਦਾ ਸਭ ਤੋਂ ਕਰੀਬੀ ਤੇ ਰਾਜ਼ਦਾਨ ਜਾਪਦਾ ਸੀ, ਭਾਵੇਂ ਕਿ ਹਾਲੇ ਕਾਫੀ ਜਵਾਨ ਸੀ। ਬਿਨਾਂ ਕਿਸੇ ਝਿਜਕ ਦੇ ਨੌਜਵਾਨ ਮੈਨੂੰ ਸਾਹਮਣੇ ਛੋਟੇ ਕਮਰੇ ਅੰਦਰ ਲੈ ਗਿਆ। ਖੜਾਕ ਦੇਣੇ ਅੰਦਰੋਂ ਕੁੰਡੀ ਬੰਦ ਕਰ ਲਈ। ਕਹਿਣ ਲੱਗਾ, ਸਰਦਾਰ ਜੀ, ਮੈਂ ਵੀ ਪੰਜਾਬ ਦਾ ਰਹਿਣ ਵਾਲਾ। ਮੇਰਾ ਨਾਂ ਸ਼ਮੀਲ ਖਾਨ ਹੈ ਤੇ ਮਲੇਰਕੋਟਲੇ ਦੇ ਰਹਿਣ ਵਾਲਾ। ਮੈਂ ਸਾਰੀ ਪੜ੍ਹਾਈ ਚੰਡੀਗੜ੍ਹ ਦੇ ਆਰਟ ਕਾਲਜ ਤੋਂ ਕੀਤੀ ਹੈ। ਅਕਾਦਮਿਕ ਪੱਧਰ ਤੇ ਤਾਂ ਭਾਵੇਂ ਮੈਂ ਬਥੇਰੀ ਤਾਲੀਮ ਹਾਸਲ ਕਰ ਲਈ, ਪਰ ਮੇਰੀ ਜਾਚੇ ਕਲਾ ਆਜ਼ਾਦ ਹੈ। ਇਹ ਆਰਟ ਕਾਲਜਾਂ ਦੀਆਂ ਇਮਾਰਤਾਂ 'ਚ ਕੈਦ ਨਹੀਂ ਰਹਿ ਸਕਦੀ। ਨਾ ਹੀ ਇਹਨਾਂ ਕਾਲਜਾਂ 'ਚ ਫਾਈਨ ਆਰਟਸ ਪੜ੍ਹ ਕੇ ਅਸਲ ਕਲਾਕਾਰ ਬਣਿਆ ਜਾ ਸਕਦਾ ਹੈ। ਮੈਂ ਕਿਸੇ ਅਜਿਹੇ ਉਸਤਾਦ ਦੀ ਭਾਲ ਸੀ ਜਿਹਨੂੰ ਜ਼ਿੰਦਗੀ ਦੇ ਵਿਦਿਆਲੇ ਤੋਂ ਤਾਲੀਮ ਹਾਸਲ ਹੋਈ ਹੋਵੇ, ਜਿਹੜਾ ਕੁਦਰਤ ਦੀ ਗੋਦ 'ਚ ਬੈਠ ਇਹਦੇ ਨਕਸ਼ਾਂ ਨੂੰ ਨਿਹਾਰਦਾ ਹੋਵੇ, ਜਿਹਦੇ ਬੁਰਸ਼ ਦੀ ਨੋਕ ਤੋਂ ਮਸਨੂਈ ਨਹੀਂ ਸਗੋਂ ਅਸਲ ਕੁਦਰਤ ਦੇ ਦੀਦਾਰ ਹੋਣ, ਜਿਹੜਾ ਭੁੱਖੇ ਤੇ ਲਾਚਾਰ ਮੰਗਤੇ ਦਾ ਪੋਰਟਰੇਟ ਬਣਾਉਣ ਤੋਂ ਪਹਿਲਾਂ ਕਈ ਸਾਲ ਖੁਦ ਮੰਗਤਿਆਂ ਦੀ ਬਸਤੀ ਦਾ ਵਾਸੀ ਰਿਹਾ ਹੋਵੇ, ਜਿਹੜਾ ਭੱਠੇ ਦੀਆਂ ਇੱਟਾਂ ਥੱਪਦੇ ਬਾਲਾਂ ਦੀ ਤਸਵੀਰ ਬਣਾਉਣ ਤੋਂ ਪਹਿਲਾਂ ਖੁਦ ਇਹਨਾਂ ਕੱਚੀਆਂ ਕੋਠੜੀਆਂ 'ਚ ਦਿਨ ਗੁਜ਼ਾਰਦਾ ਰਿਹਾ ਹੋਵੇ। ਐਸੇ ਕਲਾਕਾਰ ਨੂੰ ਲੱਭਦਿਆਂ ਮੈਂ ਬੜਾ ਸਮਾਂ ਅਜਾਈਂ ਗਵਾਇਆ। ਆਖਿਰਕਾਰ ਇੱਕ ਰੋਜ਼ ਮੇਰਾ ਦਿੱਲੀ ਵਿੱਚ ਹੀ ਮੇਲ ਇਸ ਸੰਤੋਸ਼ੀ ਮਾਂ ਜੀ ਨਾਲ ਹੋਇਆ। ਮੈਂ ਇਹਨਾਂ ਨੂੰ ਅੱਜ ਤੋਂ 10 ਕੁ ਸਾਲ ਪਹਿਲਾਂ ਇੱਥੇ ਦਿੱਲੀ ਯੂਨੀਵਰਸਿਟੀ 'ਚ ਇੱਕ ਭਾਸ਼ਣ ਦਿੰਦਿਆਂ ਸੁਣਿਆ। ਮੈਂ ਬਥੇਰੇ ਲੋਕ ਕਲਾ ਤੇ ਕਲਾ ਦੀਆਂ ਬਰੀਕੀਆਂ ਤੇ ਭਾਸ਼ਣ ਦਿੰਦੇ ਵੇਖੇ। ਸਭ ਕੁਝ ਫੋਕਾ ਤੇ ਬਕਵਾਸ ਹੁੰਦਾ ਹੈ, ਪਰ ਸੰਤੋਸ਼ ਮਾਂ ਜੀ ਦੇ ਸ਼ਬਦਾਂ 'ਚ ਉਹਨਾਂ ਦੀ ਸ਼ਖਸੀਅਤ, ਉਹਨਾਂ ਦੀ ਸੂਖਮ ਅਹਿਸਾਸ, ਉਹਨਾਂ ਦੀ ਕਰੜੀ ਸਾਧਨਾ, ਉਹਨਾਂ ਦਾ ਵਿਅਕਤੀਗਤ ਸੰਘਰਸ਼ ਸਜੀਵ ਚਿੱਤਰ ਬਣ ਮੇਰੇ ਸਾਹਮਣੇ ਆ ਰਹੇ ਸਨ। ਉਹਨਾਂ ਦਾ ਇੱਕ ਇੱਕ ਸ਼ਬਦ ਮੇਰੇ ਦਿਲ ਨੂੰ ਸਕੂਨ ਦੇ ਰਿਹਾ ਸੀ। ਉਹਨਾਂ ਦੇ ਬੋਲਾਂ 'ਚੋਂ ਉਹਨਾਂ ਦਾ ਸੰਘਰਸ਼ ਤੇ ਕਰੜੀ ਸਾਧਨਾ ਸਾਫ਼ ਝਲਕ ਰਹੀ ਸੀ। ਮੈਂ ਉਹਨਾਂ ਦੇ ਭਾਸ਼ਣ ਤੋਂ ਕਾਇਲ ਹੋਏ ਨਹੀਂ, ਉਹਨਾਂ ਦੀ ਸ਼ਾਗਿਰਦੀ ਪ੍ਰਵਾਨ ਕਰ ਲਈ। ਮੈਂ ਜਦ ਇਹਨਾਂ ਦੇ ਪਿਛੋਕੜ ਨੂੰ ਫੋਲਿਆ ਤੇ ਇਹਨਾਂ ਦੇ ਜੀਵਨ ਸੰਘਰਸ਼ ਨੇ ਮੈਨੂੰ ਐਸਾ ਝੰਜੋੜਿਆ ਕਿ ਅੱਜ ਮੈਨੂੰ ਇੱਕ ਕਲਾਕਾਰ ਨਹੀਂ ਸਗੋਂ ਕਲਾ ਦੀ ਸਾਕਾਰ ਦੇਵੀ ਪ੍ਰਤੀਤ ਹੁੰਦੇ ਨੇ। ਸ਼ਮੀਲ ਦੀਆਂ ਅੱਖਾਂ 'ਚ ਮੋਤੀਆਂ ਵਰਗੇ ਅਥਰੂ ਸਾਫ਼ ਦੇਖੇ ਜਾ ਸਕਦੇ ਸਨ। ਉਹਦਾ ਗਲਾ ਭਰ ਆਇਆ ਸੀ। ਉਹਦੇ ਗਲੇ ਨੂੰ ਕੁਝ ਸਾਹ ਦਿਵਾਉਣ ਲਈ ਮੈਂ ਸਵਾਲ ਕੀਤਾ, ਇਹ ਸੰਤੋਸ਼ੀ ਮਾਂ ਜੀ ਕਿੱਥੋਂ ਦੇ ਰਹਿਣ ਵਾਲੇ ਨੇ? ਸਰਦਾਰ ਜੀ, ਇਹ ਮੂਲ ਨਿਵਾਸੀ ਤਾਂ ਬਿਹਾਰ ਦੇ ਹਨ। ਮੈਨੂੰ 1-2 ਵਾਰ ਇਹਨਾਂ ਦੇ ਪੁਰਾਣੇ ਘਰ ਵੀ ਜਾਣ ਦਾ ਮੌਕਾ ਮਿਲਿਆ। ਸੜਕ ਕਿਨਾਰੇ ਹਾਲੇ ਵੀ ਉਜੜੀ ਜਿਹੀ ਸਿੱਖਾਂ ਦੀ ਛੱਪਰੀ ਖੜੀ ਏ। ਇਹਨਾਂ ਦੀ ਪੈਦਾਇਸ਼ ਬੜੇ ਗਰੀਬ ਪਰਿਵਾਰ 'ਚ ਹੋਈ ਸੀ। ਜਿਹੜੀ ਛੱਪਰੀ ਦੀ ਗੱਲ ਕਰ ਰਿਹਾ, ਇਹ ਤਾਂ ਕਠਿਆਰ ਦੇ ਨੇੜੇ ਤੇੜੇ ਸਹੁਰੇ ਘਰ ਦੀ ਏ, ਪਰ ਮਾਂ ਜੀ ਦਾ ਪੇਕਾ ਪਿੰਡ ਪੂਰਨੀਆਂ ਦੇ ਨੇੜੇ ਸੀ। ਉੱਥੋਂ ਦੇ ਪੇਕੇ ਘਰ ਦੀ ਕੱਚੀ ਕੋਠੜੀ ਵੀ ਮੈਂ ਦੇਖੀ ਏ। ਕਈ ਸਾਲ ਪਹਿਲਾਂ ਮਾਂ ਜੀ ਦੱਸਦੇ ਸੀ ਕਿ ਇਸੇ ਕੱਚੀ ਕੋਠੜੀ ਤੇ ਗੇਰੂਏ ਰੰਗ ਨਾਲ ਉਹਨੇ ਕਈ ਵਾਰ ਕੰਧਾਂ ਲਿਪਦਿਆਂ ਵੰਨ ਸੁਵੰਨੇ ਚਿੱਤਰ ਬਣਾਏ ਸੀ। ਆਂਢਣਾ ਗੁਆਂਢਣਾ ਵੀ ਉਹਨੂੰ ਵੰਗਾਰ ਕੇ ਲੈ ਜਾਂਦੀਆਂ ਸੀ। ਖੈਰ, ਮੈਂ ਗੱਲ ਕਰ ਰਿਹਾ ਸੀ ਗਰੀਬ ਪਰਿਵਾਰ 'ਚ ਮਾਂ ਜੀ ਪੈਦਾ ਹੋਏ। ਮਾਂ ਬਾਪ ਨੇ ਆਮ ਬਿਹਾਰੀਆਂ ਵਾਂਗ 12-13 ਸਾਲ ਦੀ ਉਮਰ 'ਚ ਹੀ ਇਸ ਸੰਤੋਸ਼ੀ ਮਾਂ ਜੀ ਨੂੰ ਕੁਝ ਰੁਪਈਆਂ ਦੇ ਇਵਜ਼ ਵਿੱਚ ਇੱਕ ਲੋੜਵੰਦ ਬੁੱਢੇ ਬਿਹਾਰੀ ਨਾਲ ਵਿਆਹ ਦਿੱਤਾ। ਉਹ ਸਾਰਾ ਦਿਨ ਸ਼ਰਾਬਾਂ ਪੀਂਦਾ, ਤੰਬਾਕੂ ਖਾਂਦਾ, ਜੂਆ ਖੇਡਦਾ, ਰਾਤ ਪਈ ਆ ਕੇ ਸੰਤੋਸ਼ੀ ਮਾਂ ਨੂੰ ਬੁਰੀ ਤਰ੍ਹਾਂ ਕੁੱਟਦਾ। ਇਸ ਸਿਰੜੀ ਔਰਤ ਨੇ ਆਪਣੇ ਅੰਤਰ ਮਨ 'ਚ ਤਹੀਆ ਕਰ ਲਿਆ ਕਿ ਉਹ ਮਿਹਨਤ ਕਰੇਗੀ ਤੇ ਆਪਣੀ ਔਲਾਦ ਨੂੰ ਪੈਰਾਂ ਸਿਰ ਖੜਿਆਂ ਕਰੇਗੀ। ਇਹਦੇ ਘਰ 2 ਬੱਚਿਆਂ ਨੇ ਜਨਮ ਲਿਆ। ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਆਪਣੀ ਲਾਚਾਰੀ ਦਾ ਵਾਸਤਾ ਪਾ ਕੇ ਅਨਾਥ ਆਸ਼ਰਮ 'ਚ ਦਾਖਲ ਕਰਵਾ ਦਿੱਤਾ। ਬੱਚੇ ਉੱਥੇ ਹੀ ਪੜ੍ਹਦੇ ਲਿਖਦੇ ਰਹੇ। ਆਪ ਸੜਕਾਂ ਤੇ ਮਿਹਨਤ ਮਜ਼ਦੂਰੀ ਕਰਕੇ ਆਪਣਾ ਤੇ ਜੁਆਰੀ ਬੁੱਢੜੇ ਦਾ ਢਿੱਡ ਭਰਦੀ ਰਹੀ। ਬੁੱਢਾ ਪਤੀ ਜਲਦੀ ਸੰਸਾਰ ਤੋਂ ਰੁਖਸਤ ਹੋ ਗਿਆ। ਉਹਦੀ ਮੌਤ ਤੋਂ ਬਾਅਦ ਕੱਲੀ ਕਠਿਆਰ ਵਾਲੀ ਝੌਂਪੜੀ 'ਚ ਦਿਨ ਗੁਜ਼ਾਰਦੀ ਰਹੀ। ਕਦੇ ਕਦਾਈ ਆਪਣੀ ਮਿਹਨਤ ਮੁਸ਼ੱਕਤ ਵਿੱਚੋਂ ਕਮਾਏ ਕੁਝ ਰੁਪਈਏ ਆਪਣੇ ਪੁੱਤਰਾਂ ਦੀ ਜੇਬੇ ਵੀ ਪਾ ਆਉਂਦੀ। ਪੁੱਜਦੀ ਸਰਦੀ ਸਹਾਇਤਾ ਅਨਾਥ ਆਸ਼ਰਮ ਨੂੰ ਵੀ ਦੇ ਦਿੰਦੀ। ਆਖਿਰਕਾਰ ਉੱਪਰ ਵਾਲਾ ਇਸ ਬਜ਼ੁਰਗ ਮਾਈ ਤੇ ਮਿਹਰਬਾਨ ਹੋਇਆ। ਦੋਨੋਂ ਬੱਚੇ ਅਨਾਥ ਆਸ਼ਰਮ ਤੋਂ ਪੜ੍ਹਾਈ ਕਰਕੇ ਨੌਕਰੀ ਦੀ ਭਾਲ 'ਚ ਦਿੱਲੀ ਆ ਗਏ। ਇੱਥੇ ਹੀ ਦੋਨੋਂ ਅੱਗੇ ਆਰਟ ਕਾਲਜ 'ਚ ਦਾਖਲ ਹੋ ਕੇ ਨਾਲੋਂ ਨਾਲ ਛੋਟੀ-ਮੋਟੀ ਮਜ਼ਦੂਰੀ ਕਰਦੇ ਪੋਸਟ ਗ੍ਰੈਜੂਏਟ ਬਣੇ ਤੇ ਉੱਥੇ ਹੀ ਪ੍ਰੋਫੈਸਰ ਬਣ ਗਏ। ਆਖਿਰਕਾਰ ਦੋਨਾਂ ਨੇ ਆਪਣੀ ਬੁੱਢੀ ਮਾਈ ਨੂੰ ਸੰਭਾਲਿਆ। ਪਿੰਡ ਦੀ ਛੱਪਰੀ 'ਚੋਂ ਕੱਢ ਕੇ ਉਹਨੂੰ ਦਿੱਲੀ ਦੇ ਮਹਾਨਗਰ 'ਚ ਲਿਆਏ। ਕੁਝ ਦਿਨਾਂ ਬਾਅਦ ਕੁਦਰਤ ਨੇ ਇੱਕ ਹੋਰ ਰੰਗ ਦਿਖਾਇਆ। ਮਾਂ ਜੀ ਦੇ ਦੋਨੋਂ ਬੇਟਿਆਂ ਨੇ ਆਪਣੀਆਂ ਕਲਾਕ੍ਰਿਤੀਆਂ ਦੀ ਇੱਕ ਵੱਡੀ ਪ੍ਰਦਰਸ਼ਨੀ ਬਾਲ ਭਵਨ 'ਚ ਲਾਈ। ਮਾਂ ਜੀ ਤੋਂ ਹੀ ਇਹਦਾ ਉਦਘਾਟਨ ਕਰਾਇਆ, ਬਜਾਏ ਕਿਸੇ ਵੱਡੀ ਮੰਤਰੀ ਜਾਂ ਸਰਕਾਰੀ ਝੋਲੀ ਚੁੱਕਦੇ। ਸ਼ਾਇਦ ਇਸੇ ਲਈ ਅੱਜ ਤੱਕ ਮਾਂ ਜੀ ਵੀ ਸਰਕਾਰੀ ਚਾਪਲੂਸੀ ਤੋਂ ਦੂਰ ਹੀ ਰਹਿੰਦੇ ਨੇ। ਭਾਵੇਂ ਕਿ ਬੜੇ ਮੰਤਰੀ ਤੇ ਅਫਸਰਸ਼ਾਹ ਵੀ ਮਾਂ ਜੀ ਦੀ ਕਲਾ ਦੇ ਕਾਇਲ ਨੇ।
ਖੈਰ 60ਵਿਆਂ ਨੂੰ ਪੁੱਜੀ ਮਾਤਾ ਨੇ ਜਦ ਆਪਣੇ ਪੁੱਤਰਾਂ ਦੀਆਂ ਕਲਾਕ੍ਰਿਤੀਆਂ ਨੂੰ ਗੌਰ ਨਾਲ ਤੱਕਿਆ ਤਾਂ ਉਹਨੂੰ ਇਹਨਾਂ ਕਲਾਕ੍ਰਿਤਾਂ 'ਚ ਆਪਣਾ ਹੀ ਅਕਸ ਜਾਪਿਆ। ਉਹਨੂੰ ਆਪਣੇ ਬਚਪਨ ਦੇ ਦਿਨ ਯਾਦ ਆਏ। ਕੱਚੀਆਂ ਕੰਧਾਂ, ਕੌਲਿਆਂ ਤੇ ਵਾਹੇ ਗਿਰਵੇ ਰੰਗ ਦੇ ਚਿੱਤਰ ਅੱਖਾਂ ਅੱਗੇ ਸਾਕਾਰ ਹੋ ਗਏ। ਮਾਤਾ ਜੀ ਨੇ ਘਰ ਆਉਂਦੇ ਹੀ ਆਪਣੇ ਪੁੱਤਰਾਂ ਦੇ ਮੇਜ਼ ਤੇ ਪਏ ਬੁਰਸ਼ ਉਠਾਏ ਤੇ ਸਭ ਤੋਂ ਪਹਿਲਾਂ ਚਿੱਤਰ ਆਪਣੀ ਉਸ ਪੁਰਾਣੀ ਛੱਪਰੀ ਦਾ ਬਣਾਇਆ ਜਿਸ 'ਚ ਉਹਨੇ ਆਪਣੀ ਉਮਰ ਦਾ ਬੜਾ ਵੱਡਾ ਅਰਸਾ ਗੁਜ਼ਾਰਿਆ ਸੀ। ਅਗਲਾ ਚਿੱਤਰ ਉਸ ਬੁੱਢੜੇ ਪਤੀ ਦਾ ਹੂ ਬਹੂ ਸਾਕਾਰ ਚਿੱਤਰ ਹੁੱਕਾ ਪੀਂਦੇ ਦਾ। ਫਿਰ ਮਨ ਦੇ ਚਿੱਤਰਪਟ ਤੇ ਉਕਰੀਆਂ ਆਪਣੇ ਆਪ ਦੀਆਂ ਤਸਵੀਰਾਂ ਕਾਗਜ਼ ਤੇ ਉਤਾਰਨੀਆਂ ਸ਼ੁਰੂ ਕੀਤੀਆਂ। ਕਿਤੇ ਉਹ ਸੜਕ ਤੇ ਟੋਕਰੀਆਂ ਢੋਂਦੀ, ਕਿਤੇ ਧਾਨ ਦੇ ਖੇਤਾਂ 'ਚ ਕੰਮ ਕਰਦੀ, ਕਿਤੇ ਦੂਰ ਦੁਰਾਡੇ ਤੋਂ ਖੂਹ ਤੋਂ ਪਾਣੀ ਢੋਂਦੀ। ਸੰਤੋਸ਼ੀ ਮਾਂ ਦੇ ਲੋਹੇ ਜਿਹੇ ਹੱਥਾਂ 'ਚ ਕੋਮਲ ਬੁਰਸ਼ ਅਜਿਹੇ ਹੁਨਰ ਤੇ ਰਫ਼ਤਾਰ ਨਾਲ ਚੱਲਣ ਲੱਗਾ ਜਿਵੇਂ ਪਿੰਜਰੇ ਪਿਆ ਪੰਛੀ ਕਈ ਸਦੀਆਂ ਦੀ ਤੜਪ ਤੋਂ ਬਾਅਦ ਆਜ਼ਾਦ ਹੋ ਪੂਰੇ ਵੇਗ ਨਾਲ ਉਡਾਰੀਆਂ ਭਰਨ ਲੱਗੇ। ਕਾਲਜੋਂ ਪੜ੍ਹਾ ਕੇ ਆਏ ਪੁੱਤ ਜਦ ਘਰ ਵਾਪਸ ਆਉਂਦੇ ਤਾਂ ਰੋਜ਼ਾਨਾ ਨਵੀਂ ਤੋਂ ਨਵੀਂ ਕਿਰਤ ਵੇਖ ਹੈਰਾਨ ਵੀ ਹੁੰਦੇ ਤੇ ਖੁਸ਼ ਵੀ। ਵੱਡਾ ਪੁੱਤ ਮੁਕੇਸ਼ ਤਾਂ ਜਿਵੇਂ ਬੌਰਾ ਹੀ ਹੋਇਆ ਫਿਰਦਾ ਸੀ। ਉਹ ਹਰ ਕਿਸੇ ਨੂੰ ਆਪਣੀ ਮਾਂ ਦੁਆਰਾ ਬਣਾਈਆਂ ਕਿਰਤਾਂ ਵਿਖਾਉਂਦਾ ਤੇ ਮਾਣ ਨਾਲ ਬੜੇ ਵਿਅੰਗਮਈ ਅੰਦਾਜ਼ 'ਚ ਕਹਿੰਦਾ ਬਈ ਅਸੀਂ ਤਾਂ ਖਾਨਦਾਨੀ ਆਰਟਿਸਟ ਹੋਏ। ਉਹ ਦਿਨ ਗਏ, ਆ ਦਿਨ ਆਏ। 60 ਸਾਲ ਦੀ ਉਮਰ 'ਚ ਕਲਾ ਦਾ ਸਫ਼ਰ ਸ਼ੁਰੂ ਕਰਕੇ ਅੱਜ 80 ਲੰਘ ਕੇ ਵੀ ਮਾਂ ਜੀ ਦਾ ਇਹ ਸਫ਼ਰ ਨਾ ਰੁਕਿਆ ਨਾ ਜ਼ਰਾ ਥੰਮਿਆ। ਮੈਂ ਖੁਦ ਵੀ ਹੈਰਾਨ ਰਹਿਣਾ ਸਾਰੀ ਸਾਰੀ ਰਾਤ ਸਾਰਾ ਦਿਨ ਇਹ ਕਲਾ ਦੀ ਦੇਵੀ ਕਿਵੇਂ ਆਪਣਾ ਆਪਾ ਖੋ ਕੇ ਚਿੱਤਰਾਂ 'ਚ ਮਸਤ ਨਿੱਤ ਇੱਕ ਨਵਾਂ ਸੰਸਾਰ ਸਿਰਜਦੀ ਰਹਿੰਦੀ ਹੈ। ਮੈਨੂੰ ਤਾਂ ਇਉਂ ਲੱਗਦਾ ਜਿਵੇਂ 60 ਸਾਲਾਂ ਦਾ ਦੱਬਿਆ ਲਾਵਾ ਹੁਣ ਆਪਣੇ ਪੂਰੇ ਜਲੌ 'ਚ ਸਾਹਮਣੇ ਆ ਰਿਹਾ ਹੋਵੇ। ਇਹ ਕਹਿੰਦਿਆਂ ਸ਼ਮੀਲ ਦੀਆਂ ਅੱਖਾਂ 'ਚ ਇੱਕ ਅਨੋਖੀ ਲਿਸ਼ਕ ਸੀ। ਮੈਂ ਸ਼ਮੀਲ ਦੇ ਹੱਥ ਘੁੱਟੇ ਤੇ ਬਾਹਰ ਆ ਗਿਆ। ਵਰਾਂਡੇ 'ਚ ਕਲਾ ਦੀ ਦੇਵੀ ਹਾਲੇ ਵੀ ਵੀਲ ਚੇਅਰ ਤੇ ਸ਼ਾਂਤ ਬੈਠੀ ਲੋਕਾਂ ਨੂੰ ਆਪਣੇ ਆਟੋਗ੍ਰਾਫ ਦੇ ਰਹੀ ਸੀ। ਧੰਨਵਾਦ।